ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ। ਸਮਾਂ ਕੱਢਣ ਲਈ ਬਹੁਤ ਧੰਨਵਾਦ। ਆਪਾਂ ਪਿਛਲੇ ਹਫਤੇ ਸਿੱਧ ਗੋਸ਼ ਦੀ ਬਾਣੀ ਜਿਹੜੀ ਉਹ ਵਿਚਾਰੀ ਹੈ, ਕੋਸ਼ਿਸ਼ ਕੀਤੀ ਹੈ ਕਿ ਆਪਾਂ ਬਾਣੀ ਚੋਂ ਵੱਧ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕਰੀਏ। ਪੂਰਾ ਕੋਈ ਵੀ ਨਹੀਂ ਹੈ, ਲੇਕਿਨ ਹਰ ਉਹ ਚੀਜ਼ ਜਿਹੜੀ ਹੈ ਦੁਰਲੱਭ ਹੈ, ਹਰ ਉਹ ਚੀਜ਼ ਪਵਿੱਤਰ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਨੇੜੇ ਕਰ ਦਿੰਦੀ ਹੈ। ਚਾਹੇ ਉਹ ਗੁਰਬਾਣੀ ਸਮਝਣ ਦਾ ਤਰੀਕਾ, ਸਮਝਾਉਣ ਦਾ ਤਰੀਕਾ, ਜੋ ਵੀ ਚੀਜ਼ ਸਾਨੂੰ ਪਰਮਾਤਮਾ ਦੇ ਨੇੜੇ ਕਰਦੀ ਹੈ ਉਹ ਬੈਟਰ ਹੈ। ਪਿਛਲੀ ਵਾਰੀ ਸਾਡੇ ਸਤਿਕਾਰਯੋਗ ਆਂਟੀ ਜੀ ਪਰਮਜੀਤ ਕੌਰ ਜੀ, ਉਹਨਾਂ ਨੇ ਬੇਨਤੀ ਕੀਤੀ ਸੀ 4 ਪਦਾਰਥਾਂ ਨੂੰ ਆਪਾਂ ਹੋਰ ਖੋਲਾਂਗੇ ਤਾਂ ਕਿ ਕੋਈ ਕਮੀ ਨਾ ਰਹਿ ਜਾਏ। ਬਾਣੀ ਚੋਂ ਆਪਾਂ ਪੂਰਾ ਬਾਣੀ ਦਾ ਫਾਇਦਾ ਲੈਣਾ। ਇਹਦੇ ਪਾਠ ਕਰਕੇ, ਇਹਨੂੰ ਮੱਥੇ ਟੇਕ ਕੇ ਕੁਛ ਵੀ ਨਹੀਂ ਹੋਣਾ। ਸਤਿਕਾਰ ਹੈ ਜੀ, ਸਦਕੇ ਕਰੋ। ਸਾਡੀ ਧਾਰਮਿਕ ਪੋਥੀ ਹੈ, ਸਤਿਕਾਰ ਹੋਣਾ ਚਾਹੀਦਾ। ਲੇਕਿਨ ਜੋ ਉਹਦੇ ਚ ਲਿਖਿਆ, ਜੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਸ਼ਾਰਾ ਕਰ ਰਹੇ ਆ, ਅਸੀਂ ਉਸ ਇਸ਼ਾਰੇ ਦੇ ਉੱਤੇ ਅਮਲ ਕਰਨਾ। ਉਹ ਇਸ਼ਾਰੇ ਨੂੰ ਉਂਗਲ ਫੜ ਕੇ ਨਹੀਂ ਬੈਠ ਜਾਣਾ। ਬਾਬਾ ਨਾਨਕ ਕਹਿੰਦਾ ਉਹ ਦੇਖੋ ਚੰਨ, ਉਹ ਬਾਬੇ ਨਾਨਕ ਦੀ ਉਂਗਲ ਹੀ ਫੜ ਕੇ ਬੈਠ ਗਏ ਸਾਰੇ। ਚੰਨ ਵਾਲੇ ਪਾਸੇ ਕਿਸੇ ਦਾ ਧਿਆਨ ਹੀ ਨਹੀਂ। ਸੋ ਆਪਾਂ 4 ਪਦਾਰਥਾਂ ਨੂੰ ਅੱਜ ਖੋਲਣ ਦੀ ਟਰਾਈ ਕਰਨੀ। ਅਸੀਂ ਬੇਨਤੀ ਕਰਦੇ ਆ ਰਹੇ ਹਾਂ ਕਿ ਇੱਕ ਪੱਖ ਹੈ ਦੁਨਿਆਵੀ ਔਰ ਇੱਕ ਪੱਖ ਹੈ ਅਧਿਆਤਮ। ਅਸੀਂ ਗੁਰਬਾਣੀ ਜਿਹੜੀ ਹੈ ਉਹ ਅਧਿਆਤਮ ਪੱਖ ਦੇ ਨਾਲ ਖੋਲ ਰਹੇ, ਸਮਝ ਰਹੇ। ਕਈ ਵਾਰੀ ਕਈ ਗੱਲਾਂ ਮੈਨੂੰ ਵੀ ਇੱਥੇ ਪੜ੍ਹ ਕੇ ਸਮਝ ਆਉਂਦੀ ਹੈ ਵੀ ਨਹੀਂ, ਇਹ ਤਾਂ ਏਦਾਂ ਹੋ। ਪਿਛਲੀ ਦਫਾ ਇੱਕ ਬੜੀ ਇੰਪੋਰਟੈਂਟ ਚੀਜ਼ ਸਾਡੇ ਸਾਹਮਣੇ ਆਈ ਸੀ। ਗੁਰਬਾਣੀ 'ਚ ਬੜੀ ਵਾਰੀ ਰਿਪੀਟ ਹੁੰਦੇ ਆ ਉਹ ਚੀਜ਼। ਮੈਂ ਫॉर ਐਗਜ਼ਾਮਪਲ ਦੇ ਤੌਰ ਤੇ ਲੈ ਰਿਹਾ। ਸਾਧਕ, ਸਿੱਧ, ਇਹ 2 ਲਫ਼ਜ਼ ਕਈ ਵਾਰੀ ਇਕੱਠੇ ਆਉਂਦੇ ਨੇ, ਕਈ ਵਾਰੀ ਅਲੱਗ-ਅਲੱਗ ਆਉਂਦੇ ਨੇ। ਸਾਧਕ ਜਿਹੜਾ ਹੈ, ਇਹਦਾ ਮਤਲਬ ਹੈ ਮੁਸਲਮਾਨ ਧਰਮ ਦਾ ਰਾਸਤਾ। ਜਦੋਂ ਸਿੱਧਾਂ ਦੀ ਗੱਲ ਹੋ, ਸਿੱਧ ਲਫ਼ਜ਼ ਆਉਂਦਾ, ਨਾਟ ਸਿੱਧਾਂ, ਸਿੱਧ, ਜਦੋਂ ਸਿੱਧ ਲਫ਼ਜ਼ ਆਉਂਦਾ ਉਹਦਾ ਮਤਲਬ ਹੈ ਸਨਾਤਨੀ ਮਤ ਦੇ ਅਨੁਸਾਰ। ਸੋ ਸਾਧਕ ਸਿੱਧ ਇੱਕ ਮੁਸਲਮਾਨ ਧਰਮ ਦਾ ਰਸਤਾ ਹੈ। ਸਿੱਧ ਜਿਹੜਾ ਇੱਕ ਸਨਾਤਨ, ਜਿਹਨੂੰ ਹਿੰਦੂ ਕਹਿ ਦਿੰਦੇ ਆ, ਉਹ ਰਸਤਾ ਹੈ। ਸੋ ਇਹ ਚੀਜ਼ਾਂ ਸਾਡੇ ਸਾਹਮਣੇ ਨਵੀਆਂ ਰੋਜ਼ ਹੀ ਖੁੱਲਦੀਆਂ। ਹੁਣ ਕਈ ਸਾਰੇ ਸ਼ਬਦ ਨੇ, ਅਰਾਊਂਡ 17-18 ਸ਼ਬਦ ਸਾਨੂੰ ਮਿਲੇ ਨੇ, ਜਿਹੜੇ 4 ਪਦਾਰਥ ਸਾਨੂੰ ਐਕਸਪਲੇਨ ਕਰਦੇ ਆ। ਤੇ ਥੋੜੇ ਜਿਹੇ ਸ਼ਬਦ ਪਿਛਲੀ ਵਾਰੀ ਦੱਸੇ ਵੀ ਗਏ ਸੀ। ਇੱਕ ਸ਼ਲੋਕ ਹੈ, ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ। ਹੁਣ ਇੱਕ ਮੈਂ ਦੱਸ ਦਿਆਂ ਵੀ ਮੀਨਿੰਗਸ ਕੀਤੇ ਨੇ, ਲੇਕਿਨ ਜਿਵੇਂ ਮੈਂ ਬੇਨਤੀ ਕਰਦਾ ਵੀ ਕੋਈ ਵੀ ਪੂਰਾ ਸੂਰਾ ਨਹੀਂ ਹੁੰਦਾ। ਮੀਨਿੰਗ ਬਹੁਤ ਵਧੀਆ ਕੀਤੇ ਨੇ। ਅਸੀਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦਾ ਸਤਿਕਾਰ ਕਰਦੇ ਹਾਂ। ਉਹਨਾਂ ਦੀ ਜਿਹੜੀ ਹੈ
ਦੋਹਤੀ ਬੀਬੀ ਹਰਸ਼ਿੰਦਰ ਕੌਰ ਡਾਕਟਰ ਨੇ, ਬੱਚਿਆਂ ਦੇ, ਪਟਿਆਲੇ ਰਹਿੰਦੇ ਨੇ, ਬਹੁਤ ਬਹੁਤ ਮਸ਼ਹੂਰ ਡਾਕਟਰ ਨੇ। YouTube ਤੇ ਵੀ ਉਹਨਾਂ ਦੇ ਲੈਕਚਰਸ ਮਿਲਦੇ ਆ। ਉਹਨਾਂ ਦੇ ਨਾਨਾ ਜੀ ਸੀ ਪ੍ਰੋਫੈਸਰ ਸਾਹਿਬ ਸਿੰਘ। ਪਰ ਗੁਰਬਾਣੀ ਨੂੰ ਖੋਲ੍ਹਣਾ ਜਿਹੜਾ ਨਾ, ਇੰਨਾ ਸੌਖਾ ਟਾਸਕ ਨਹੀਂ ਹੈ। ਇਹਨੂੰ ਖੋਲ੍ਹਣ ਵਾਸਤੇ ਗੁਰ ਕੁੰਜੀ ਜਿਹੜੀ ਚਾਹੀਦੀ ਹੈ, ਨਾਮ ਦਾ ਅਭਿਆਸ ਬਹੁਤ ਜ਼ਿਆਦਾ ਚਾਹੀਦਾ। ਜਿਉਂ-ਜਿਉਂ ਅਸੀਂ ਨਾਮ ਅਭਿਆਸ ਦੇ ਵਿੱਚ ਰੁੱਝਦੇ ਜਾਵਾਂਗੇ, ਸਾਡਾ ਜਿਹੜਾ ਮਨ ਜਿਹੜਾ ਕਾਬੂ ਆਉਂਦਾ ਜਾਏਗਾ, ਔਰ ਉਹ ਦੁਨਿਆਵੀ ਪਦਾਰਥਾਂ ਤੋਂ, ਮਾਇਆ ਤੋਂ ਹਟ ਕੇ ਮੁਕਤ ਪਦਾਰਥ ਵਾਲੇ ਪਾਸੇ ਵਧੇਗਾ। ਆ ਸ਼ਬਦ ਅਸੀਂ ਵਾਰੀ ਸਿਰ ਵਿਚਾਰਾਂਗੇ। ਪਿਛਲੀ ਵਾਰੀ ਇਹ ਵੀ ਵਿਚਾਰ ਆਈ ਸੀ ਵੀ ਜਪ ਬਾਣੀ ਦਾ ਜਿਹੜਾ ਆਰੰਭ ਕੀਤਾ ਜਾਵੇ। ਉਹ ਵੀ ਮੈਂ ਬੇਨਤੀ ਕਰਦਾ ਵੀ ਇੰਨਾ ਸੌਖਾ ਨਹੀਂ ਹੈ। ਮੈਂ ਪਹਿਲਾਂ ਕਿਹਾ ਸੀ ਕਿ ਜੇਕਰ ਆਪਾਂ ਜਪ ਬਾਣੀ ਖੋਲੀ ਤੇ ਤੁਸੀਂ ਛੱਡ ਜਾਣਾ, ਤੁਸੀਂ ਕਹਿਣਾ ਵੀ ਇਹ ਗੱਲਾਂ ਕਿੱਦਾਂ ਦੀਆਂ ਸ਼ੁਰੂ ਹੋ ਗਈਆਂ। ਪਰ ਮੈਂ ਫਿਰ ਵੀ ਕੋਸ਼ਿਸ਼ ਕਰੂੰਗਾ, ਹੁਕਮ ਹੋਇਆ ਜੇ ਸਾਰੇ ਚਾਹੁੰਦੇ ਨੇ ਤੇ ਆਪਾਂ ਉਹ ਬਾਣੀ ਜਿਹੜੀ ਆ ਉਹ ਵੀ ਵਿਚਾਰਨੀ ਆਰੰਭ ਕਰ ਦਾਂਗੇ। ਲੇਕਿਨ ਆ ਪਿਛਲੀ ਦਫਾ ਦਾ ਜਿਹੜਾ ਭੁਲੇਖਾ ਹੈ, ਕੁਛ ਡਾਊਟਸ ਹਨ, ਉਹਨਾਂ ਨੂੰ ਆਪਾਂ ਕੱਢਦੇ ਚੱਲੀਏ। ਹੁਣ ਇਹ ਜਿਹੜਾ ਸ਼ਲੋਕ ਹੈ, 1 ਸੈਕਿੰਡ ਮੈਂ ਸਕਰੀਨ ਤੇ ਇਹ ਸ਼ਲੋਕ ਹੀ ਪਹਿਲਾਂ ਕੱਢ ਲਾਂ, ਕਿਉਂਕਿ ਇਹੀ ਪਹਿਲਾ ਸ਼ਲੋਕ ਸੀ ਜਿਹੜਾ ਸਾਡੇ ਸਾਹਮਣੇ ਆਇਆ ਸੀ, ਸੰਗਤ ਦੁਆਰਾ ਲੈ ਕੇ ਆਂਦਾ ਗਿਆ ਸੀ। ਸੋ ਇਹਨੂੰ ਆਪਾਂ ਵਿਚਾਰ ਕੇ ਇਸ ਨੂੰ ਮੁੱਖ ਰੱਖ ਕੇ ਜਿਹੜੀਆਂ ਗੱਲਾਂ ਆਪਾਂ ਵਿਚਾਰਾਂਗੇ, ਅੱਜ ਜਿਹੜੀਆਂ ਗੱਲਾਂ ਕਰਾਂਗੇ, ਉਹਨਾਂ ਨੂੰ ਯਾਦ ਰੱਖਣਾ ਪਊ। ਹੁਣ ਇਹ 4 ਪਦਾਰਥਾਂ ਦੀ ਗੱਲ ਹੋਈ ਸੀ। ਅਸੀਂ 4 ਪਦਾਰਥ ਜਿਹੜੇ ਹੈ ਉਹ ਅਧਿਆਤਮ ਦੇ ਅਸੀਂ ਮੰਨਦੇ ਹਾਂ ਕਿ ਪਹਿਲਾ ਜਨਮ ਪਦਾਰਥ ਹੈ ਜੋ ਸਾਨੂੰ ਸਾਰਿਆਂ ਨੂੰ ਮਿਲਦਾ, ਦੂਸਰਾ ਗਿਆਨ ਪਦਾਰਥ ਹੈ, ਤੀਸਰਾ ਮੁਕਤ ਪਦਾਰਥ ਹੈ, ਔਰ ਚੌਥਾ ਫਿਰ ਨਾਮ ਪਦਾਰਥ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਜਿੱਥੇ ਜਾ ਕੇ ਅਭਿਆਸੀ ਫਿਰ ਸਦਾ ਸਦਾ ਵਾਸਤੇ ਥਿਰ ਹੋ ਜਾਂਦਾ ਹੈ ਇਸ ਜਗ ਤੇ। ਜਿਸ ਤਰ੍ਹਾਂ ਜੋ ਸਾਡੇ ਗੁਰੂ ਸਾਹਿਬਾਨ ਔਰ ਭਗਤਾਂ ਦੀ ਅਵਸਥਾ ਆਈ ਹੈ। ਸੋ ਇੱਥੇ ਹੁਣ ਬਾਣੀ ਦੇ ਦਰਸ਼ਨ ਕਰਨੇ ਆ ਸਾਰਿਆਂ ਨੇ ਬੜੇ ਧਿਆਨ ਦੇ ਨਾਲ, ਬੜਾ ਵਿਚਾਰਵਾਨ ਰੱਖਣੀ ਹੈ ਬੁੱਧੀ। ਦੇਖੋ, ਧਰਮ, ਅਰਥ, ਅਰ, ਕਾਮ, ਮੋਖ, ਇੱਥੇ ਸਪੇਸ ਹੈ। ਆਪਾਂ ਇੰਨਾ ਕੱਦਾ ਹਿੱਸਾ ਲੈਂਦੇ ਆ। ਇਹ 4 ਪਦਾਰਥ ਮੰਨੇ ਗਏ ਨੇ। ਧਰਮ ਜੋ ਸਾਡਾ ਪ੍ਰਵਿਰਤੀ ਕਰਮ ਹੈ, ਜੋ ਅਸੀਂ ਅਕਾਲ ਪੁਰਖ ਦੀ ਹੋਂਦ ਨੂੰ ਸਮਝਦੇ ਹੋਇਆਂ ਕੰਮ ਕਰਦੇ ਆ, ਇਹਦੇ ਮੰਮੇ ਨੂੰ ਔਂਕੜ ਨਹੀਂ ਹੈ। ਇਹਦੇ ਵਿੱਚ ਉਹ ਵੀ ਕੰਮ ਸ਼ਾਮਲ ਨੇ ਜਿਹੜੇ ਅਸੀਂ ਤਿਆਗਣੇ ਆ, ਜਿਨ੍ਹਾਂ ਨੂੰ ਬਾਣੀ ਕਹਿੰਦੀ ਹੈ ਵੀ ਛੱਡੋ। ਹੁਣ ਇਹ ਬੜੇ ਧਿਆਨ ਨਾਲ ਸੁਣਨਾ, ਇਸ ਨੂੰ ਕੋਈ ਵਿਚਾਰ ਇੱਕਦਮ ਨਹੀਂ ਬਣਾਉਣਾ। ਅਖੀਰ ਤੇ ਆਪਾਂ ਹਰ ਵਾਰੀ, ਐਵਰੀ ਸਿੰਗਲ ਟਾਈਮ, ਆਪਾਂ ਸਾਰਿਆਂ ਨੂੰ ਬੇਨਤੀ ਕਰੀਦੀ ਵੀ ਕੋਈ ਵਿਚਾਰ ਹੈ ਤੇ ਬੋਲੋ। ਸੋ ਸਾਰੇ ਹੱਕ ਰੱਖਦੇ ਨੇ, ਸਭ ਨੇ ਬੋਲਣਾ, ਲੇਕਿਨ ਇਹਨੂੰ ਸੁਣਦੇ ਜਾਣਾ ਵਿਚਾਰ। ਸੋ ਇਹ ਧਰਮ ਦੇ ਵਿੱਚ ਉਹ ਵੀ ਕੰਮ ਸ਼ਾਮਲ ਨੇ ਜਿਹੜੇ ਅਸੀਂ ਧਰਮ ਦੇ ਸੋਚ ਕੇ ਕਰਦੇ ਆ ਕਿ ਮੈਂ ਪਾਠ ਕਰ ਲਿਆ, ਮੈਂ ਨਿਤਨੇਮ ਕਰ ਲਿਆ, ਇਹ ਮੇਰਾ ਧਰਮ ਹੈ, ਮੈਂ ਨਿਤਨੇਮ ਕਰਨਾ ਹੀ ਕਰਨਾ।
ਮੈਂ 5 ਬਾਣੀਆਂ ਦੇ, 7 ਬਾਣੀਆਂ ਦੇ, 15 ਬਾਣੀਆਂ ਦੇ ਪਾਠ ਕੀਤੇ। ਉਹਦੇ ਬਾਅਦ ਮੈਂ ਸਹਿਜ ਪਾਠ ਕੀਤਾ, ਉਹਦੇ ਬਾਅਦ ਮੈਂ ਗੁਰਦੁਆਰੇ ਗਿਆ, ਉੱਥੇ ਜਾ ਕੇ ਸੇਵਾ ਕੀਤੀ। ਦੈਟ ਇਜ਼ ਆਲ, ਹੈ ਨਾ। ਇਹ ਆਪਾਂ ਇਹ ਸੋਚਦੇ, ਪਰ ਦੂਸਰੇ ਪਾਸੇ ਬਾਬਾ ਨਾਨਕ ਕਹਿੰਦਾ ਕਿ ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਇਹ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਪੱਧਰਾ ਕਰਕੇ ਆਏ ਆ, ਵਿਚਾਰ ਕੇ ਆਏ ਕਿ ਮਹੱਲਾ ਪੰਜਵਾਂ ਵੀ ਕਹਿ ਰਿਹਾ ਵੀ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਹੁਣ ਇਹ ਇਸ ਲੈਵਲ ਦੀਆਂ ਗੱਲਾਂ ਹੋਣਗੀਆਂ। ਪਾਠ ਕਰਨਾ ਭਗਤੀ ਨਹੀਂ। ਲੱਖ ਪਾਠ ਕਰ ਲਓ, ਜਪਜੀ ਸਾਹਿਬ ਦੇ 40 ਕੀ ਮੈਂ ਕਹਿੰਦਾ 4000 ਪਾਠ ਕਰ ਲਓ, ਉਹ ਭਗਤੀ ਨਹੀਂ ਹੈ, ਉਹ ਕਰਮ ਕਾਂਡ। ਸੁਖਮਨੀ ਸਾਹਿਬ ਦੇ 40 ਛੱਡ ਕੇ 4000 ਕਰ ਲਓ, ਉਹ ਵੀ ਕਰਮ ਕਾਂਡ ਹੈ। ਠੀਕ ਹੈ। ਉਹ ਇਹ ਜਿਹੜਾ ਧਰਮ ਇੱਥੇ ਲਿਖਿਆ ਹੈ ਮੁਕਤਾ ਬਣਾ ਕੇ, ਇਹਦਾ ਮਤਲਬ ਉਹ ਹੈ। ਅਗਲਾ ਅੱਖਰ ਲਈ ਜੀ ਅਰਥ, ਇਹ ਹੁੰਦਾ ਵੈਲਥ, ਧਨ। ਤੀਸਰਾ ਆ ਗਿਆ ਕਾਮ। ਇੱਥੇ ਜਿਹੜਾ ਸਭ ਤੋਂ ਵੱਡਾ ਭੁਲੇਖਾ ਪਾ ਦਿੱਤਾ, ਬੜੇ ਬੜੇ ਗਿਆਨੀ ਜਿਹੜੇ ਹੈ, ਬੜੇ ਬੜੇ ਸੂਝਵਾਨ ਵਿਦਵਾਨ ਸੋ ਕਾਲਡ, ਉਹ ਕੋਈ ਕਾਮ ਵੀ ਪਦਾਰਥ ਹੈ, ਸੈਕਸ ਵੀ ਕੋਈ ਪਦਾਰਥ ਹੈ। ਉਹਦੇ ਬਾਅਦ ਮੋਖ, ਔਰ ਤੁਸੀਂ ਇਹ ਚਾਰੇ ਅੱਖਰ ਦੇਖ ਲਓ, ਇਹ ਸਾਰੇ ਮੁਕਤੇ ਨੇ, ਸਾਰੇ ਮੁਕਤੇ ਨੇ। ਇਹ ਇੱਥੇ ਅਸੀਂ ਟਪਲਾ ਖਾ ਗਏ, ਔਰ ਅਰਥ ਕਰਨ ਵਾਲੇ ਵੀ ਇੱਥੇ ਭੁਲੇਖਾ ਖਾ ਗਏ ਵੀ ਇਹੀ ਧਰਮ ਹੈ, ਪਾਠ ਕਰੋ, ਨਿਤਨੇਮ ਕਰੋ, ਹੋਰ ਸੇਵਾਵਾਂ, ਰਹਿਤ ਬਹਿਤ, ਇਹੀ ਧਰਮ ਹੈ। ਹੁਣ ਦੂਜਾ ਪਦਾਰਥ ਹੈ ਪੂੰਜੀ, ਧਨ ਦੌਲਤ। ਉਹ ਕਮਾਲ ਹੋ ਗਈ ਹੈ। ਇੱਕ ਅਭਿਆਸੀ ਜਿਹਨੂੰ ਕਹਿੰਦੇ ਮਾਇਆ ਤੋਂ ਡਿਟੈਚ ਹੋਣਾ, ਆਪਣੇ ਪੁੱਤ ਧੀਆਂ ਤੋਂ, ਮਾਪਿਆਂ ਤੋਂ ਡਿਟੈਚ ਹੋ ਕੇ, ਮਮਤਾ ਤਿਆਗ ਕੇ ਅਕਾਲ ਪੁਰਖ ਦੇ ਵਿੱਚ ਇੱਕ ਮਿਕ ਹੋਣਾ, ਉਹ ਇਹ ਪਦਾਰਥ ਹੈ। ਦੁਨੀਆ ਦੀ ਧਨ ਪੂੰਜੀ, ਪ੍ਰਾਪਰਟੀਜ਼, ਜ਼ਮੀਨਾਂ, ਘਰ, ਜਾਇਦਾਦਾਂ, ਇਹ ਪਦਾਰਥ ਹੈ ਕੋਈ? ਇਹ ਜ਼ੀਰੋ ਹੈ। ਇਹਨੂੰ ਪਦਾਰਥ ਮੰਨ ਲਿਆ। ਸਾਰੀ ਗੁਰਬਾਣੀ ਅਰਥ ਜਿਹੜੇ ਕੀਤੇ ਗਏ ਆ, ਉਹ ਐਸ ਐਂਗਲ ਨੂੰ ਮੁੱਖ ਰੱਖ ਕੇ ਕੀਤੇ ਗਏ ਆ, ਦੁਨਿਆਵੀ ਚੀਜ਼ ਮੰਨ। ਤੀਜਾ ਕਾਮ, ਲਸਟ, ਸੈਕਸ, ਇਹ ਪਦਾਰਥ ਹੈ ਕੋਈ? ਆਪਾਂ ਬਾਣੀ ਰਾਹੀਂ ਦੇਖੋ, 4 ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਹੁਣ ਜੇ ਇਹ ਪਦਾਰਥ ਮੰਨ ਲਾਂਗੇ ਆਪਾਂ, ਫਿਜ਼ੀਕਲੀ ਦੇਖਣ ਵਾਲੇ, ਤੇ ਜੋ ਕੰਮ ਹੋ ਰਿਹਾ ਹੈ, ਸਾਧ ਜਨਾਂ ਦੀ ਸੇਵਾ, ਜੋ ਪੈਰ ਧੋ ਧੋ ਕੇ ਬੀਬੀਆਂ ਪਾਣੀ ਪੀਂਦੀਆਂ ਨੇ, ਇੱਥੇ ਆ ਸੋ ਕਾਲਡ ਸੰਤ ਨੇ, ਚਿੱਟ ਕੱਪੜੀਏ, ਉਹਨਾਂ ਦੇ ਪੈਰ ਧੋ ਧੋ ਕੇ ਪੀਂਦੀਆਂ ਨੇ। ਫਿਰ ਜੇ ਇਹ ਮੀਨਿੰਗ ਸਮਝੋਗੇ ਇਸੇ ਤਰ੍ਹਾਂ, ਤੇ ਆਹ ਕੰਮ ਹੋਣੇ, ਉਹਨਾਂ ਦੇ ਰਿਜ਼ਲਟ ਇਸ ਤਰ੍ਹਾਂ ਦੇ ਨਿਕਲਣੇ ਆ। ਸਾਨੂੰ ਸਾਧ ਜਨ ਫਿਜ਼ੀਕਲੀ ਲੱਭਣੇ ਪੈਣਗੇ ਵੀ ਉਹ ਬਾਬਾ ਬੜੀ ਚੜ੍ਹਦੀ ਕਲਾ ਚ, ਉਹ 98 ਸਾਲ ਦਾ ਹੋ ਗਿਆ, ਹੱਥ ਹਿਲਾ ਦਿੰਦਾ, ਹੱਥ ਹਿਲਾਤਾ ਸਿੱਧਾ ਤੇ ਮੁੰਡਾ ਹੋ ਜਾਂਦਾ, ਜੇ ਚੁੱਪ ਰਵੇ ਤੇ ਕੁਛ ਵੀ ਨਹੀਂ। ਉਹ ਕਈ ਮੈਂ ਉੱਧਰ ਜਾਣਾ ਨਹੀਂ ਚਾਹੁੰਦਾ, ਕਈ ਗੱਲਾਂ ਆਪਾਂ ਆਪਣਾ ਫੋਕਸ ਕਰੀਏ ਕਿ ਪਹਿਲਾ ਪਦਾਰਥ ਧਰਮ ਹੈ। ਜਿਹੜਾ ਧਰਮ ਕਰਮ ਹੈ, ਜਿਹੜੇ ਕਰਮ ਕਾਂਡ ਵੀ ਇਹਦੇ ਵਿੱਚ ਨੇ। ਅਰਥ ਵੈਲਥ ਹੋ ਗਈ, ਫਿਰ ਕਾਮ ਹੋ ਗਿਆ, ਔਰ ਫਿਰ ਮੋਖ। ਮੋਖ ਜਿਹੜਾ ਸੀ, ਇਹ ਸਨਾਤਨੀ ਮਤ ਦੇ ਵਿੱਚ ਜਿਹੜਾ ਸਾਧੂ ਹੋ ਜਾਂਦਾ ਸੀ, ਉਹਨੂੰ ਕਹਿ ਦਿੰਦੇ ਸੀ ਇਹ ਮੋਕਸ਼ 'ਚ ਚਲਾ ਗਿਆ। ਉਹ ਇਕੱਲਾ ਹੋ ਕੇ ਇਕਾਂਤਵਾਸ ਦੇ ਵਿੱਚ ਆਪਣੇ ਧੀਆਂ ਪੁੱਤਰਾਂ ਤੋਂ ਬਿਨਾਂ ਇੱਕ ਜਿਹਨੂੰ ਕਹਿ ਲਓ ਵੀ ਜ਼ਿੱਦ ਕਰਕੇ ਰਹਿੰਦੇ ਸੀ। ਮਨ ਉਹਨਾਂ ਦਾ ਜਿਹੜਾ ਲੱਗਦਾ ਨਹੀਂ ਸੀ।
ਮਨ ਉਹਨਾਂ ਦਾ ਪਿੱਛੇ ਧਿਆਨ ਰਹਿੰਦਾ ਸੀ, ਅਚਵਈ ਲੱਗੀ ਰਹਿੰਦੀ ਸੀ ਉਹਨਾਂ ਨੂੰ ਕਿ ਟੱਬਰ ਕਿੱਦਾਂ ਹੋਊ, ਪੁੱਤ ਧੀਆਂ ਮਾਪੇ ਕਿੱਦਾਂ ਹੋਣਗੇ, ਘਰ ਵਾਲੀ ਕਿੱਦਾਂ ਹੋਊ ਜਾਂ ਘਰ ਵਾਲਾ ਕਿੱਦਾਂ ਹੋਊ। ਉਹ ਉਹਨੂੰ ਹੀ ਉਹ ਮੋਖ ਮੰਨੀ ਬੈਠੇ। ਦੇਖੋ ਮੋਖ ਔਰ ਮੁਕਤ ਇਹ ਮੀਨਿੰਗ ਤੇ ਇੱਕੋ ਹੀ ਹੈ। ਦੋ ਵਾਰੀ ਕਿਉਂ ਲਿਖਤਾ? ਇੱਕ ਵਾਰੀ ਮੋਖ ਲਿਖਿਆ, ਇੱਕ ਵਾਰੀ ਮੁਕਤ ਲਿਖਿਆ। ਆ ਚੀਜ਼ਾਂ ਤੇ ਹਨ। ਸੋ ਕਾਲਡ ਧਰਮ ਵੀ ਹੈ, ਪਹਿਲਾਂ ਵੀ ਸੀ। ਬਾਬੇ ਨਾਨਕ ਨੂੰ ਇੱਕ ਡਿਫਰੈਂਟ ਤਰੀਕਾ ਦੇਣ ਦੀ ਕੀ ਲੋੜ ਸੀ? ਇੰਨਾ ਭੜਥੂ ਪਿਆ ਉਦੋਂ ਦਾ, ਜਦੋਂ ਦਾ ਬਾਬੇ ਨਾਨਕ ਨੇ ਬਾਣੀ ਦਿੱਤੀ ਹੈ। ਕੀ ਲੋੜ ਸੀ ਬਾਬੇ ਨਾਨਕ ਨੂੰ? ਉਹ ਤੇ ਪਹਿਲਾਂ ਵੀ ਸੀ। ਉਸੇ ਤਰ੍ਹਾਂ ਕਰਮਕਾਂਡ ਲੋਕ ਕਰਦੇ ਸੀ, ਅਸੀਂ ਅੱਜ ਵੀ ਉਸੇ ਤਰ੍ਹਾਂ ਕਰੀ ਜਾਂਦੇ ਹਾਂ। ਗੁਰਬਾਣੀ ਨੂੰ ਅਸੀਂ ਸਮਝ ਨਹੀਂ ਰਹੇ, ਅਸੀਂ ਉਹਨੂੰ ਕੈਚ ਨਹੀਂ ਕਰ ਰਹੇ। ਔਰ ਇਹ ਯਕੀਨ ਮੰਨੋ, ਅਸੀਂ ਆਪ ਵੀ ਪਹਿਲਾਂ ਇਹੀ ਕੰਮ ਕਰਦੇ, ਇਦਾਂ ਹੀ ਕਰਦੇ ਰਹੇ ਹਾਂ, ਇੱਥੋਂ ਨਿਕਲ ਕੇ ਆਏ। ਪਰ ਇਹ ਸੰਗਤ ਮਿਲੀ ਬਜ਼ੁਰਗਾਂ ਦੀ, ਪਰਿਵਾਰ ਦੀ, ਉਹਦੇ ਬਾਅਦ ਹੋਰ ਸਾਥੀ ਮਿਲੇ ਜਿਨ੍ਹਾਂ ਨਾਲ ਇਹ ਵਿਚਾਰਾਂ ਹੋਈਆਂ ਔਰ ਅਕਾਲ ਪੁਰਖ ਦੀ ਬਖਸ਼ਿਸ਼ ਹੋਈ। ਪਰਮਾਤਮਾ ਨੇ ਦਾਤ ਦਿੱਤੀ, ਇਹ ਬਾਣੀ ਨੂੰ ਸਮਝਣ ਦੀ, ਘੋਖਣ ਦੀ ਦਾਤ ਦਿੱਤੀ। ਸੋ ਇਹ ਨੇ ਦੁਨਿਆਵੀ ਚਾਰ ਪਦਾਰਥ ਜਿਨ੍ਹਾਂ ਨੂੰ ਅਸੀਂ ਜ਼ੀਰੋ ਮੰਨਦੇ ਹਾਂ। ਦੁਨਿਆਵੀ ਚੀਜ਼ ਨਾਲ ਤੇ ਸੰਬੰਧ ਹੀ ਕੋਈ ਨਹੀਂ। ਆਪਾਂ ਉਹ ਸ਼ਬਦ ਵਿਚਾਰਾਂਗੇ ਅੱਗੇ। ਸੋ ਇਹ ਚੀਜ਼ਾਂ ਸਾਰੀ ਗੁਰਬਾਣੀ ਦੇ ਵਿੱਚ ਮੀਨਿੰਗ ਕਰਨ ਵਾਲਿਆਂ ਨੇ ਇਹ ਫਿਜ਼ੀਕਲ ਪਦਾਰਥ ਮੰਨੇ ਨੇ। ਧਰਮ ਉਹਦੇ ਵਿੱਚ ਕਰਮ ਵੀ ਆ ਗਿਆ ਕਿ ਆ ਵੀ ਕੰਮ ਕਰ ਲਓ, ਆ ਵੀ ਕੰਮ ਕਰ ਲਓ, ਆ ਵੀ ਇਕੱਲ ਧਿਆਨ ਹੀ ਕੋਈ ਨਹੀਂ, ਗੁਰਮੁਖ ਸਿਸਟਮ ਹੀ ਕੋਈ ਨਹੀਂ। ਅਰਥ, ਵੈਲਥ ਇਹ ਵੀ ਪਦਾਰਥ ਹੈ। ਇਹਦਾ ਮਤਲਬ ਹੁਣ ਆ ਟਰੰਪ ਵਰਗੇ ਕਈ ਅਮੀਰ ਬੰਦੇ ਕਿ ਇਹ ਦਾਤਾ ਇਹਨਾਂ ਦੇ ਨੇੜੇ ਆ, ਪਰਮਾਤਮਾ ਇਹਨਾਂ ਦੇ ਨੇੜੇ ਆ ਬਹੁਤ। ਆਪਾਂ ਕਿੱਦਾਂ ਕਹਿ ਸਕਦੇ? ਹੋਰ ਕਈ ਬਿਜ਼ਨਸਮੈਨ ਨੇ ਜਿਹੜੇ ਲੁਕਾਈ ਦਾ ਲਹੂ ਚੂਸਦੇ ਨੇ ਚੱਜ ਨਾਲ, ਉਹਨਾਂ ਕੋਲ ਤੇ ਬਹੁਤ ਵੈਲਥ ਹੈ। ਆਪਾਂ ਕੀ ਕਵਾਂਗੇ? ਪਰਮਾਤਮਾ ਨੇੜੇ ਆ ਉਹਨਾਂ ਦੇ। ਕਾਮ ਇਹ ਕਿਹੜਾ ਸੁੱਖਾਂ ਚ ਸੁੱਖ ਹੈ? ਮੋਖ ਇਹ ਸਾਰਾ ਕੁਝ ਰਿਜੈਕਟਿਡ ਹੈ ਕਿਉਂਕਿ ਇਹ ਦੁਨਿਆਵੀ ਹੈ। ਮੁਕਤੇ ਪਦਾਰਥ ਨਾਥ, ਪਰ ਜਿਹੜਾ ਅਸਲ ਪਦਾਰਥ ਹੈ, ਜਿਹੜੀ ਅਸਲ ਮੁਕਤੀ ਹੋਣੀ ਹੈ, ਜਿਹੜਾ ਮੁਕਤੇ ਪਦਾਰਥ ਹੈ, ਉਹਦਾ ਮਾਲਕ ਅਕਾਲ ਪੁਰਖ ਆਪ ਹੈ। ਔਰ ਅਕਾਲ ਪੁਰਖ ਆਪ ਹੀ ਉਹ ਪਦਾਰਥ ਦੇਗਾ ਜਦੋਂ ਤੁਸੀਂ ਪਹਿਲੀ ਕੰਡੀਸ਼ਨ ਪੂਰੀ ਪਰਮਾਤਮਾ ਨੇ ਕਿਰਪਾ ਕਰਕੇ ਕੀਤੀ ਹੈ ਜਨਮ ਦੀ। ਜਨਮ ਜਦੋਂ ਬੱਚਾ ਲੈਂਦਾ, ਉਸ ਤੋਂ ਬਾਅਦ ਉਹ ਵੱਡਾ ਹੁੰਦਾ, ਆਪਣੀ ਬੁੱਧੀ ਦੇ ਵਿੱਚ, ਆਪਣੀ ਨੌਲੇਜ ਦੇ ਵਿੱਚ, ਗਿਆਨ ਦੇ ਵਿੱਚ ਵਾਧਾ ਕਰਦਾ, ਮਿਹਨਤ ਕਰਦਾ, ਚਾਹੇ ਉਹ ਦੁਨਿਆਵੀ ਹੋਵੇ, ਪੜ੍ਹਾਈ ਉਹਦੀ ਆਪਣੀ ਜੋ ਜੀਵਨ ਦਾ ਬਣਿਆ, ਜਿਸ ਤਰ੍ਹਾਂ ਵਿਭਾਚਾਰ, ਉਸ ਤਰ੍ਹਾਂ ਉਹ ਚੱਲਦਾ। ਔਰ ਤੀਸਰਾ ਮੁਕਤ ਪਦਾਰਥ, ਔਰ ਮੁਕਤ ਤੋਂ ਬਾਅਦ ਫਿਰ ਨਾਮ ਪਦਾਰਥ। ਇਹ ਬਹੁਤ ਵਿਰਲੇ ਇਸ ਚੀਜ਼ ਨੂੰ ਸਮਝ ਸਕੇ ਨੇ। ਔਰ ਖੋਲਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਇਹ ਚੀਜ਼ਾਂ ਖੋਲੀਆਂ ਹੋਣਗੀਆਂ। ਕਹਿੰਦੇ ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਤ। ਉਹ ਭਲਿਓ ਆ ਦੇਖੋ ਅੱਗੇ, ਸਗਲ ਮਨੋਰਥ ਪੂਰਿਆ। ਜੇਕਰ ਅਸੀਂ ਧਰਮ ਨੂੰ ਜਿਹੜਾ ਇੱਥੇ ਲਿਖਿਆ, ਜਿਹੜਾ ਪਦਾਰਥ ਇਹਦੇ ਮੀਨਿੰਗ ਦੱਸਣ ਵਾਲੇ ਮੰਨ ਵੀ ਰਹੇ ਆ, ਉਹ ਵੀ ਮਿਲ ਜਾਣੇ, ਉਹ ਤੇ ਬੋਨਸ ਹੈ। ਅਸੀਂ ਇੱਕ ਦੇ ਪਿੱਛੇ ਇੱਕ ਨੂੰ ਗੁਰਮੁਖ ਸਿਸਟਮ ਦੇ ਅਧੀਨ ਹੋ ਕੇ ਅਸੀਂ ਉਹਨੂੰ ਪ੍ਰਵਾਨ ਕਰਕੇ ਇੱਕ ਨਾਲ ਪ੍ਰਤੀਤ ਨਹੀਂ ਪਾਉਂਦੇ, ਇੱਕ ਤੋਂ ਦੀਖਿਤ ਨਹੀਂ ਹੁੰਦੇ। ਦੀਖਿਤ ਹੋਣਾ ਇੱਕ ਨਾਲ ਕਮਿਟਮੈਂਟ ਨਹੀਂ ਕਰਦੇ, ਰਾਈਟ। ਔਰ ਅਸੀਂ ਇੱਕ ਅਕਾਲ ਪੁਰਖ ਦੇ ਨਾਮ ਦਾ ਅਭਿਆਸ ਨਹੀਂ ਕਰਦੇ। ਪਰ ਮੁਕਤ ਪਦਾਰਥ ਨਾਥ, ਉਸ ਅਕਾਲ ਪੁਰਖ ਪਰਮਾਤਮਾ ਪ੍ਰਭੂ ਨੇ ਇਹ ਐਸਾ
ਨਾਮ ਜਿਹੜਾ ਹੈ ਸਾਨੂੰ ਦਿੱਤਾ, ਉਹਦੇ ਨਾਲ ਕੀ ਹੈ, ਸਗਲ ਮਨੋਰਥ ਪੂਰਿਆ। ਇਹ ਬਾਕੀ ਜਿਹੜੇ ਇਹਨਾਂ ਨੂੰ ਸਿੱਧੀ ਜੀ ਬੋਲੀ ਚ ਇਹ ਫਾਲਤੂ ਦੇ ਕੰਮ ਨੇ। ਅਰਥ ਵੈਲਥ ਸਾਡੇ ਨਾਲ ਜਾਣੀ ਹੈ। ਦੁਨਿਆਵੀ ਤੌਰ ਤੇ ਉੱਤੇ ਇੱਕ ਗੱਲ ਦੀ ਇਹਨੂੰ ਗਾਰੰਟੀ ਤਾਂ ਨਹੀਂ ਕਹਿ ਸਕਦੇ, ਲੇਕਿਨ ਇਹਨੂੰ ਪੱਕਾ ਕਰ ਸਕਦੇ ਹਾਂ ਕਿ ਬਹੁਤਾ ਵੈਲਥੀ ਬੰਦਾ ਜਿਹੜਾ ਹੈ ਉਹ ਪਰਮਾਤਮਾ ਦੇ ਨੇੜੇ ਬਹੁਤ ਮੁਸ਼ਕਲ ਹੈ ਉਹਦਾ ਜਾਣਾ। ਕਿਉਂਕਿ ਜਿੰਨਾ ਵੈਲਥੀ ਹੋਏਗਾ, ਜਿੰਨਾ ਉਹ ਧਨੀ ਹੋਏਗਾ, ਉਹਨਾਂ ਉਹ ਧਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗਾ, ਔਰ ਉਹਦਾ ਪੈਸਾ ਹੋਰ ਵੱਧਦਾ ਹੈ, ਉਹਦਾ ਬਿਜ਼ਨਸ ਹੈ, ਉਹਦਾ ਹੋਰ ਉਹਦੇ ਕਈ ਥਾਂ ਤੇ ਪੰਗੇ ਨੇ, ਉਹਨੂੰ ਹੋਰ ਵਧੀ ਜਾਣਾ ਬਿਜ਼ਨਸ ਨੂੰ, ਔਰ ਉਹਨੂੰ ਉਹਨੇ ਮਾਇਆ ਦੇ ਵਿੱਚ ਹੋਰ ਖਚਤ ਹੋ ਜਾਣਾ, ਉਹਨਾਂ ਪਰਮਾਤਮਾ ਤੋਂ ਦੂਰ ਜਾਏਗਾ। ਪਰ ਫਿਰ ਵੀ ਮੁਕਤ ਪਦਾਰਥ ਨਾਥ ਜਿਹੜਾ ਉਹ ਅਕਾਲ ਪੁਰਖ ਮੁਕਤੀ ਦਾ ਦਾਤਾ ਹੈ, ਮੁਕਤ ਪਦਾਰਥ ਜਿਹਨੇ ਸਾਨੂੰ ਦੇਣਾ ਹੈ, ਉਹ ਫਿਰ ਵੀ ਕਹਿੰਦਾ ਸਗਲ ਮਨੋਰਥ ਪੂਰਿਆ। ਤੂੰ ਇੱਕ ਵਾਲੇ ਪਾਸੇ ਆ, ਇੱਕ ਵਾਲੇ ਪਾਸੇ ਆ, ਇੱਕ 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 ਨਾਲ ਪ੍ਰਤੀਤ ਪਾ, ਇੱਕ ਦਾ ਜਪ ਕਰ, ਇੱਕ ਦੁਆਰਾ ਦੀਖਿਤ ਹੋ, ਇੱਕ ਤੇ ਭਰੋਸਾ ਰੱਖ, ਫਿਰ ਵੀ ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਤ। ਇਹ ਕਹਿੰਦੇ ਇਹ ਇੱਕ ਵਰਗੀ ਗੱਲ, ਕਰਤਾ ਪੁਰਖ ਬਖਸ਼ਿਸ਼ ਕਰੇਗਾ, ਕਰਤਾ ਪੁਰਖ ਬਖਸ਼ਿਸ਼ ਕਰੇਗਾ, ਉਹਦੇ ਗੁਰ ਪ੍ਰਸਾਦ ਦੇ ਅਸੀਂ ਪਾਤਰ ਬਣਾਂਗੇ ਜ਼ਰੂਰ। ਇਹ ਨਹੀਂ ਹੈ ਕਿ ਐਵਰੀਥਿੰਗ ਇਜ਼ ਫਿਕਸਡ। ਪਰਮਾਤਮਾ ਜਿਹੜਾ ਜਦੋਂ ਉਹ ਤੇ ਐਸੀ ਐਸੀ ਅਦੁੱਤੀ ਸ਼ਕਤੀ ਹੈ, ਕੀ ਪਤਾ ਕਿਹੜੇ ਨੂੰ ਕਦੋਂ ਉਹਨੇ ਨਵਾਜ ਦੇਣਾ, ਕਦੋਂ ਕੀ ਦਾਤ ਦੇ ਦੇਣੀ। ਸੋ ਇਹਨਾਂ ਦੀ ਅੱਖਰਾਂ ਦੀ ਮੀਨਿੰਗਸ ਦੀ ਵਿਚਾਰ ਹੀ ਨਹੀਂ ਕਿਸੇ ਨੇ ਕੀਤੀ ਬਈ ਇਹ ਜਿਹੜੇ ਮੀਨਿੰਗ ਸਾਨੂੰ ਦੱਸ ਰਹੇ ਨੇ, ਦੁਨਿਆਵੀ ਧਰਮ, ਅਰਥ, ਕਾਮ, ਮੋਖ, ਇਹ ਸਾਡਾ ਕੋਈ ਸੰਬੰਧ ਹੈ ਇਹਨਾਂ ਦੇ ਨਾਲ? ਬਾਬਾ ਨਾਨਕ ਸਾਡਾ ਜੋੜ ਮੇਲਾ ਕਰਾ ਰਿਹਾ ਕਿਤੇ ਇਹਨਾਂ ਦੇ ਨਾਲ? ਹੁਣ ਆਪਾਂ ਇਹਨਾਂ ਨੂੰ ਬੜੀ ਡਿਟੇਲ ਚ ਆਪਾਂ ਕਈ ਸ਼ਬਦ ਵਿਚਾਰਾਂਗੇ, ਕੋਸ਼ਿਸ਼ ਕਰਾਂਗੇ ਕਿ ਇਹੀ ਟੌਪਿਕ ਆਪਾਂ 4 ਪਦਾਰਥਾਂ ਦਾ ਲੈ ਕੇ ਇਹਨੂੰ ਆਪਾਂ ਖੋਲਦੇ ਚੱਲੀਏ। ਸੋ ਆਪਾਂ ਐਗਜ਼ਾਮਪਲਾਂ ਪਹਿਲਾਂ ਵੀ ਬਹੁਤ ਲਈਆਂ ਨੇ, ਹੁਣ ਆਪਾਂ ਪੂਰੇ ਸ਼ਬਦ ਲੈ ਕੇ ਇਸ ਚੀਜ਼ ਨੂੰ ਸਮਝਣ ਦੀ, ਖੋਲਣ ਦੀ ਕੋਸ਼ਿਸ਼ ਕਰਨੀ। ਸਗਲ ਧਰਮ ਮੈਂ ਹੈ श्रेष्ठ धर्म, सगल धर्म में श्रेष्ठ धर्म, आ शब्द सी। हुण आपां इह शब्द ते देखो टाइम लगना है इस चीज नूं, है ना। सारियां दा फर्ज, काली सानू की लोड़ है? जे असीं टाइम ला के समझ के चीज करांगे, वो साडे अंदर घर करूगी। ਇਹ ਸ਼ਬਦ ਹੈ ਮਹੱਲੇ 5ਵੇਂ ਦਾ, ਔਰ ਰਹਾਉ ਦੀ ਤੋਕੇ ਦੀ ਕੀ ਕਹਿੰਦੀ ਹੈ? ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਉ। ਹੁਣ ਦੇਖੋ ਇਹਦੇ ਅਰਥ ਕੀਤੇ, ਪ੍ਰਮਾਤਮਾ ਦੇ ਗੁਣ ਗਾਇਆ ਕਰ। ਮੈਂ ਇਸੇ ਕਰਕੇ ਸਾਹਮਣੇ ਸਕਰੀਨ ਤੇ ਮੀਨਿੰਗ ਵੀ ਰੱਖੇ ਹੈ ਤੇ ਬਾਣੀ ਤੇ ਹੈ ਹੀ ਹੈ, ਰਹਿਣੀ। ਹੁਣ ਇਹਨੂੰ ਧਿਆਨ ਜਿਹੜਾ ਸਾਡਾ ਦੇਣਾ, ਅਸੀਂ ਪੂਰੀ ਕੰਸੈਂਟਰੇਸ਼ਨ ਇੱਥੇ ਲੈ ਕੇ ਜਾਣੀ ਆ। ਉਹ ਸਾਨੂੰ ਨਹੀਂ ਕਹਿ ਰਹੇ ਵੀ ਗਾਓ ਪ੍ਰਮਾਤਮਾ ਦੇ ਗੁਣ ਗਾਇਆ ਕਰ, ਹੇ ਭਾਈ ਬ੍ਰੈਕਟ ਪ੍ਰਮਾਤਮਾ ਦੇ ਗੁਣ ਗਾਇਆ ਕਰ, ਵਾਹ, ਏਦਾਂ ਨਹੀਂ ਹੈ। ਉਹ ਰਾਮ ਕੇ ਗੁਣ ਗਾऊं, ਮੈਂ परमात्मा ਦੇ ਗੁਣ ਗਾ ਰਿਹਾ। मैं आप महला 5वां बोल रहे हैं, राम के गुण गाऊं। गुण गा के किथे पहुंचिया? कहते हलत पलत होए दोवें सुहेले, अचरज पुरख ध्याऊं। कहते जे सुहेले हो भी गए तो मैं खड़ना नहीं है, मैं स्टॉप नहीं कर जाना, मैं को मंजी ला के नहीं बह जाना भी संगतां इत्थे आउण ते मेरी पूजा होवे। नहीं,
राम के गुण गाऊं। ਇੱਥੇ ਵੀ ਤੇ ਅਗਲਾ ਵੀ, ਲੋਕ ਪਰਲੋਕ ਜਿਹੜਾ ਹੈ ਉਹ ਦੋਨੇ ਸੁਹੇਲੇ ਨੇ। ਇੱਕ ਪੁਰਖ ਨੂੰ ਧਿਆ ਕੇ ਜਪਣਾ ਵੱਖਰੀ ਚੀਜ਼ ਹੈ, ਧਿਆਉਣਾ ਵੱਖਰੀ ਚੀਜ਼, ਸਿਮਰਨਾ ਵੱਖਰਾ ਹੈ, ਆਰਾਧਨਾ ਵੱਖਰੀ ਹੈ। ਇਹ ਸਟੇजेस ਨੇ, ਸਟੇਟ ਆਫ ਮਾਈਂਡ ਹੈ। ਕਿੱਥੇ ਕਿੱਥੇ ਸਾਡੇ ਜਿਹੜੀ ਸੁਰਤੀ ਹੈ, ਪਰਮਾਤਮਾ ਪਰਮਾਤਮਾ ਦੇ ਨਾਲ ਮੇਲ ਸੁਰਤੀ ਨੇ ਕਰਨਾ, ਦੇਹ ਨੇ ਨਹੀਂ ਮੇਲ ਕਰਨਾ। ਸੋ ਬੜੇ ਬੜੇ ਧਿਆਨ ਨਾਲ ਇਹ ਚੀਜ਼ਾਂ ਆਪਾਂ ਵਿਚਾਰਨੀਆਂ। ਰਹਾਉ ਦੀ ਤੁਕ ਹੈ। ਹੁਣ ਆਪਾਂ ਅੱਗੇ ਚੱਲੀਏ। ਕਹਿੰਦੇ ਦੁਲੱਭ ਦੇ ਸਵਾਰੇ, ਜਾਹੇ ਨਾ ਦਰਗੇ ਹਾਰੇ। ਕਹਿੰਦੇ ਸਵਾਰ ਕੇ ਰੱਖ ਇਸ ਦੇਹ ਨੂੰ। ਇਹ ਨਹੀਂ ਹੈ ਵੀ ਪੱਗ ਪੋਚ ਵੀ ਬੰਨ ਕੇ ਤੇ ਚਿੱਟਾ ਕੁੜਤਾ ਤੇ ਹਜੂਰੀਆ ਤੇ ਹੋਰ ਲਟਰਮ ਪਟਰਮ ਇਦਾਂ ਦਾ ਤੂੰ ਫੈਸ਼ਨ ਚ ਆ ਜਾ, ਇੱਕ ਲਿਬਾਸ ਨੂੰ ਅਹਿਮੀਅਤ ਦੇ ਦੇ। ਉਹ ਨਹੀਂ, ਆਪਣਾ ਜਿਹੜੀ ਦੇਹ ਜਨਮ ਸਾਨੂੰ ਮਿਲਿਆ ਇਹਨੂੰ ਸਵਾਰੋ, ਗੁਣਾਂ ਨਾਲ ਸਾਂਝ ਪਾਓ। ਸਵਾਰ ਕੇ ਰੱਖ ਦੁਲੱਭ ਦੇ ਸਵਾਰੇ। ਇਹ ਜਨਮ ਜਿਹੜਾ ਇਹ ਮਨ ਵੀ ਤੇ ਤਨ ਵੀ ਦੋਨਾਂ ਨੂੰ ਸਵਾਰ ਕੇ ਰੱਖਣਾ, ਮਤਲਬ ਉਹਨਾਂ ਨੂੰ ਇੱਕ ਪਲ ਚੱਲਣ ਨਹੀਂ ਦੇਣਾ, ਇੱਕ ਪਲ ਵੀ ਉਹਨਾਂ ਨੂੰ ਮਾਇਆ ਦੇ ਵਿੱਚ ਡੁੱਬਣ ਨਹੀਂ ਦੇਣਾ, ਗੋਤੇ ਨਹੀਂ ਖਾਣ ਦੇਣੇ। ਇਹ ਕਿੱਥੋਂ ਆ ਗਿਆ ਪਦਾਰਥ ਵੀ? ਕਾਮ ਪਦਾਰਥ ਕੇ ਸੈਕਸ, ਚਾਰ ਪਦਾਰਥ ਹੀ ਇਹੋ ਮੰਨ ਕੇ ਤੁਰੇ ਔਰ ਸਾਰਾ ਬੇੜਾ ਗਰਕ ਕਰਤਾ ਸਾਡਾ। ਕਹਿੰਦੇ ਸਵਾਰ ਕੇ ਰੱਖਿਆ ਆਪਣਾ ਜਨਮ ਭਗਤੀ ਦੇ ਨਾਲ, ਨਾਮ ਦੇ ਨਾਲ, ਅਭਿਆਸ ਦੇ ਨਾਲ। ਕਹਿੰਦੇ ਜਾਏ ਨਾ ਦਰਗੇ ਹਾਰੇ। ਕਹਿੰਦੇ ਹਾਰ ਕੇ ਨਹੀਂ ਜਾਏਗਾ, ਖਾਲੀ ਨਹੀਂ ਜਾਏਗਾ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖਰ ਕਾ ਪੈਂਖਰ ਤੋਂ ਛੁਟੈ ਜੋ ਉੱਪਰ ਲਾਦਾ। ਮਨ ਨੂੰ ਲੱਦ ਕੇ ਰੱਖਣਾ ਹਮੇਸ਼ਾ ਨਾਮ ਅਭਿਆਸ ਦੇ ਨਾਲ, ਪਰਮਾਤਮਾ ਦੇ ਧਿਆਨ ਦੇ ਨਾਲ। ਤੇ ਇਹਦੇ ਚ ਦੁਨਿਆਵੀ ਵੈਲਥ ਕਿੱਥੋਂ ਆ ਗਈ ਬਈ? ਇਹਦੇ ਚ ਕਾਮ ਕਿੱਥੋਂ ਆ ਗਿਆ? ਇਹਦੇ ਚ ਇਕਾਂਤਵਾਸ ਚ ਜਾ ਕੇ ਰਹਿਣਾ, ਜਿਹਨੂੰ ਮੋਖ ਮੰਨਦਾ ਸਨਾਤਨ, ਉਹ ਕਿੱਥੋਂ ਆ ਗਿਆ ਇੱਥੇ? ਤੇ ਨਾਲੇ ਬਾਕੀ ਅਬਵ ਆਲ ਜਿਹੜੇ ਕਰਮ ਕਾਂਡ ਅਸੀਂ ਕਰਦੇ ਹਾਂ, ਜੋ ਅਸੀਂ ਧਰਮ ਦੇ ਕੰਮ ਸਮਝ ਕੇ ਕਰਦੇ ਹਾਂ, ਉਹ ਕਿੱਥੇ ਸ਼ਾਮਲ ਨੇ ਇਹਦੇ ਚ? ਕਹਿੰਦੇ ਹਲ ਤੇ ਪਲ ਤੇ ਤੁਧ ਹੋਏ ਵਡਿਆਈ। ਹੁਣ ਇਹ ਵਡਿਆਈ ਵੀ ਕੀ ਤੇਰੇ ਨਾਂ ਦੇ ਨਾਰੇ ਲੱਗਣਗੇ ਵੀ ਮੋਦੀ ਮੋਦੀ ਜਿੰਦਾਬਾਦ? ਏਦਾਂ ਹੋਊਗੀ ਵਡਿਆਈ ਮਿਲੂਗੀ? ਇਹ ਕਰਨ ਵਾਲੇ ਇਹੀ ਦੱਸਦੇ ਸਾਨੂੰ ਵੀ ਬੜੀ ਵਡਿਆਈ ਮਿਲੂਗੀ ਜੀ, ਪਤਾ ਨਹੀਂ ਕਿੰਨੇ ਉਹ ਹੁੰਦਾ ਕੁਛ ਨਹੀਂ। ਚੰਗੇ ਬੰਦੇ ਦੇ ਕਈ ਵਾਰੀ ਕੁੱਟ ਵੀ ਪੈ ਜਾਂਦੀ ਸਟੇਜ ਤੇ ਜੋ ਕੋਈ ਗੱਲ ਕਰਦਾ। ਇਹ ਵਡਿਆਈ ਮਿਲਦੀ ਹੈ ਨਾ। ਹੁਣ ਜਨਮ ਆਪਣਾ ਸਵਾਰ ਲਿਆ, ਪਰਮਾਤਮਾ ਦੇ ਦਰ ਤੇ ਦਰਗਾਹ ਦੇ ਵਿੱਚ ਸੋਭਾ ਪਾ ਰਿਹਾ, ਉਸੇ ਗੱਲ ਨੂੰ ਪੱਕਾ ਕਰ ਰਿਹਾ। ਕਹਿੰਦੇ ਦੁਨਿਆਵੀ ਤੌਰ ਤੇ ਵੀ ਤੇਰੀ ਇੱਜ਼ਤ ਹੋਏਗੀ, ਇਹ ਤਰ੍ਹਾਂ ਹੈ ਪੱਤ। ਹੁਣ ਫਿਰ ਇੱਥੇ ਆ ਜੋ ਮੈਂ ਐਗਜ਼ਾਮਪਲਾਂ ਉਹ ਕੱਢ ਰਿਹਾ ਜਿੱਥੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਏਕ ਨਾਮ ਜਗਦੀਸ਼, ਇਹ ਤਰ੍ਹਾਂ ਪੱਤ। ਉਹ ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼, ਇਹ ਤਰ੍ਹਾਂ ਹੈ ਪੱਤ। ਦਰਗੇ ਹਾਰਾਂਗੇ ਨਹੀਂ, ਹੋ ਪਵੜੀਆਂ ਚੜੀਐ ਹੌਲੀ ਹੌਲੀ ਹੋਰ, ਜਿਉਂ ਜੋ ਰਾਮ ਕਹੇ ਜਨ ਉੱਚੇ। ਪਵੜੀਆਂ ਚੜਾਂਗੇ ਪਰਮਾਤਮਾ ਵਾਲੇ ਪਾਸੇ ਨੂੰ, ਚੜਾਈ ਕਰਾਂਗੇ। ਜਿਹੜਾ ਲਫ਼ਜ਼ ਹੈ ਨਾ, ਮਾੜਾ ਜਿਹਾ ਫੋਨ ਕਰੋ ਕਿਸੇ ਨੂੰ, ਭਾਜੀ ਕੀ ਹਾਲ ਆ, ਅਗਲਾ ਕਹਿੰਦਾ ਜੀ ਚੜ੍ਹਦੀ ਕਲਾ। ਉਹ ਐਵੇਂ ਨਾ ਇਹ ਨਿੱਠ ਕੇ ਕਹਿ ਦਿਆ ਕਰੋ, ਇਹ ਗਰੀਬੀ ਰੱਖਿਆ ਕਰੋ, ਕਿਆ ਕਰੋ, ਗੁਰੂ ਦੀ ਕਿਰਪਾ, ਗੁਰੂ ਦਾ ਤਰਸ ਹੈ।
ਚੜ੍ਹਦੀ ਕਲਾ ਬੜੀ ਉੱਚੀ ਅਵਸਥਾ ਹੈ। ਚੜ੍ਹਦੀ ਕਲਾ ਅਖੀਰਲੇ ਪਦਾਰਥ ਹਾਸਲ ਕਰਨ ਦੀ ਅਵਸਥਾ ਹੈ, ਚੜ੍ਹਾਈ ਕਰਨਾ। ਇਹ ਉਹਨੇ ਸਰ ਕਰ ਲਿਆ, ਮਨੁੱਖਾ ਜਨਮ ਜਿਹੜੀ ਵਾਰੀ ਉਹਨੂੰ ਮਿਲੀ ਸੀ, ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਵਾਰੀ ਜਿਹਨੇ ਸਰ ਕਰ ਲਈ ਹੈ, ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੈ। ਐਵੇਂ ਹੀ ਜਣਾ ਖਣਾ ਹੀ ਫੋਨ ਕਰੋ, ਭਾਜੀ ਚੜ੍ਹਦੀ ਕਲਾ, ਕੀ ਹਾਲ ਵੀ ਚੜ੍ਹਦੀ ਕਲਾ। ਆ ਦੇਖੋ ਅੱਖਰ ਸਾਨੂੰ ਕਿੱਥੇ ਲਿਜਾ ਰਿਹਾ, ਗਿਆਨ ਸਾਨੂੰ ਕਿੱਥੇ ਲਿਜਾ ਰਿਹਾ। ਕਹਿੰਦੇ ਹਲ ਤੇ ਪਲ ਤੇ ਤੁਧ ਹੋਏ ਵਡਿਆਈ। ਕਹਿੰਦੇ ਇੱਥੇ ਵੀ ਤੇ ਉੱਥੇ ਵੀ ਤੈਨੂੰ ਉਸ ਅਕਾਲ ਪੁਰਖ ਦੀ ਵਡਿਆਈ ਹੀ ਮਿਲਣੀ ਹੈ, ਅਕਾਲ ਪੁਰਖ ਦੀ ਸੋਭਾ ਹੀ ਮਿਲਣੀ ਹੈ। ਸੋਭਾ ਕੀ ਹੈ? ਉਹਨੂੰ ਧਿਆਉਣਾ ਪੈਣਾ, ਉਹਦਾ ਧਿਆਉਣਾ ਹੀ ਮਿਲਣਾ। ਜੇ ਉਹਨੂੰ ਉਹਦਾ ਧਿਆਉਣਾ ਸਾਨੂੰ ਮਿਲਦਾ ਤੇ ਅੰਤ ਕੀ ਬੇਲਾ ਲੈ ਛਡਾਈ। ਅੰਤ ਨੂੰ ਸਾਨੂੰ ਉਸ ਪਰਮਾਤਮਾ ਦੇ ਨਾਮ ਨੇ, ਉਸ ਪਰਮਾਤਮਾ ਦੀ ਵਡਿਆਈ ਨੇ ਸਾਨੂੰ ਛਡਾ ਲੈਣਾ। ਮੁਕਤ ਪਦਾਰਥ ਹਾਸਲ ਹੋ ਜਾਣਾ। ਉਹਦੇ ਬਾਅਦ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਣੀ। ਨਾਨਕ ਨਾਮ ਮਿਲੇ ਤਾਂ ਜੀਵਾਂ। ਇਸ ਕਰਕੇ ਕੀ ਕਰ, ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਓ। ਇਸ ਕਰਕੇ ਕਹਿੰਦੇ ਮੈਂ ਕੀ ਕਰਦਾ, ਮੈਨੂੰ ਇਹ ਗਿਆਨ ਆਇਆ, ਇਸ ਕਰਕੇ ਮੈਂ ਅਮਲ ਕਰ ਰਿਹਾ ਇਹਦੇ ਤੇ। ਮੈਂ ਤੇ ਦਿਨ ਰਾਤ ਅਕਾਲ ਪੁਰਖ ਦਾ ਨਾਮ ਜਪ ਰਿਹਾ। ਉਸ ਅਚਰਜ ਪੁਰਖ ਨੂੰ ਧਿਆ ਰਿਹਾ। ਅੱਗੇ ਆ ਹੁਣ ਇਹ ਜਿਹੜੀ ਅਸੀਂ ਪਿੱਛੇ ਗੱਲ ਕੀਤੀ ਹੈ ਵੀ ਦੁਲੱਭ ਦੇ ਸਵਾਰ ਜਾਏ ਨਾ ਦਰਗੇ ਹਾਰੇ, ਦੇਹ ਨੂੰ ਕਿੱਦਾਂ ਸਵਾਰੀਏ, ਕੀ ਕਰੀਏ ਵੀ ਦਰਗਾਹ 'ਚ ਸਾਡੀ ਹਾਰ ਨਾ ਹੋਵੇ, ਕੀ ਕਰੀਏ ਵੀ ਸਾਨੂੰ ਉਸ ਪ੍ਰਮਾਤਮਾ ਦੀ ਬਖਸ਼ਿਸ਼ ਮਿਲੇ, ਸਾਨੂੰ ਉਸ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲੇ, ਉਸ ਦੀ ਵਡਿਆਈ ਮਿਲੇ, ਤਾਂ ਕਿ ਅਸੀਂ ਅੰਤ ਨੂੰ ਉਹ ਪਦਾਰਥ ਹਾਸਲ ਕਰ ਸਕੀਏ ਜੋ ਅਸੀਂ ਇੱਥੇ ਹਾਸਲ ਕਰਨ ਵਾਸਤੇ ਆਏ ਹਾਂ। ਲੈ ਕਹਿੰਦੇ ਹੋਰ ਤੇਰਾ ਰਸਤਾ ਸੌਖਾ ਕਰਦਾ, ਤੈਨੂੰ ਅਜੇ ਸਮਝ ਨਹੀਂ ਆ ਰਿਹਾ। ਆ ਤੂੰ ਦੂਜੇ ਨੰਬਰ ਦੀ ਗੱਲ ਸੁਣ। ਕਹਿੰਦੇ ਉਠਤ ਬੈਠਤ ਹਰ ਜਾਪ। ਕਹਿੰਦੇ ਸਾਰੀਆਂ ਗੱਲਾਂ ਛੱਡ, ਤੂੰ ਬਸ ਆਹ ਕੰਮ ਕਰ। ਇਹ ਨਹੀਂ ਹੈ ਵੀ ਸਾਰੇ ਕੰਮ ਛੱਡ ਕੇ ਆਹ ਕੰਮ ਕਰਨਾ, ਨਹੀਂ। ਇਹ ਗੱਲ ਸਾਰੀ ਸੁਰਤੀ ਦੀ ਹੈ। ਸੁਰਤੀ ਨੂੰ ਹੀ ਅਸੀਂ ਸਵਾਰਨਾ, ਸੁਰਤੀ ਨੂੰ ਹੀ ਅਸੀਂ ਇੱਕ ਥਾਂ ਤੇ ਇਕੱਤਰ ਕਰਨਾ, ਜਿਹੜੀ ਖਿੰਡੀ ਪਈ ਹੈ, ਜਿਹੜੀ ਵਿਚਾਰਾਂ ਦੇ ਅਧੀਨ ਹੈ, ਔਰ ਉਸ ਪ੍ਰਮਾਤਮਾ ਦਾ ਧਿਆਨ ਆਉਣ ਹੀ ਨਹੀਂ ਦਿੰਦਾ। ਵੱਧ ਤੋਂ ਵੱਧ ਇਹਦਾ ਮਤਲਬ ਹੈ ਮੈਕਸਿਮਮ। ਉਠਤ ਬੈਠਤ ਹਰ ਜਾਪ। ਕਹਿੰਦੇ ਬਿਨਸੈ ਸਗਲ ਸੰਤਾਪ। ਜਿਹੜਾ ਤੈਨੂੰ ਮਾਇਆ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਦੁੱਖ ਹੈ, ਉਹ ਤੇਰਾ ਬਿਨਸ ਜੂਗਾ। ਇਹ ਕਾਮ ਮੈਨੂੰ ਇੱਥੇ ਦੱਸੋ ਵੀ ਕਿੱਥੋਂ ਹੋ ਗਿਆ। ਇਹ ਤੀਜਾ ਪਦਾਰਥ ਧਰਮ ਅਰਥ ਔਰ ਕਾਮ ਮੋਖ, ਇਹ ਗੜਬੜ ਕਰ, ਸਭ ਗੜਬੜ ਕਰਤੀ ਹੈ। ਸਭ ਚੰਗੀ ਤਰ੍ਹਾਂ ਜਿਹੜਾ ਸੀ ਬੇੜਾ ਬਿਠਾ ਦਿੱਤਾ। ਉਸ ਚੋਂ ਨਿਕਲਣਾ ਬਹੁਤ ਔਖਾ, ਬਹੁਤ। ਉਸ ਮਾਈਂਡ ਸੈਟ ਨੂੰ ਜਿਹੜਾ ਪੀੜ੍ਹੀ ਦਰ ਪੀੜ੍ਹੀ ਸਾਡਾ ਚੱਲਿਆ ਆ ਰਿਹਾ, ਉਹਨੂੰ ਚੇਂਜ ਕਰਨਾ ਬੜਾ ਔਖਾ। ਪਰ ਅਕਾਲ ਪੁਰਖ ਦਾਤਾ ਬਹੁਤ ਬੇਅੰਤ ਹੈ। ਪਤਾ ਨਹੀਂ ਕਿਹਨੂੰ ਉਹਨੇ ਕੈਸੀ ਬਖਸ਼ਿਸ਼ ਕਰ ਦੇਣੀ ਹੈ, ਕੈਸਾ ਗੁਰ ਪ੍ਰਸਾਦ ਕਰ ਦੇਣਾ ਕਿ ਭਲਾ ਹੋ ਜਾਣਾ। ਸੋ ਮੈਕਸਿਮਮ ਜਿਹੜਾ ਅਸੀਂ ਟਾਈਮ ਸਪੈਂਡ ਕਰਨਾ ਆਪਣੀ ਜ਼ਿੰਦਗੀ ਦਾ, ਆਪਣੇ ਧਿਆਨ ਦਾ, ਦੁਨੀਆ ਦੇ ਵਿੱਚ ਰਹਿੰਦੇ ਹੋਏ। ਆਪਾਂ ਗੱਲਾਂ ਕਰ ਰਹੇ ਹਾਂ ਪਿੱਛੇ ਵੀ, ਉਹ ਜਿੱਦਾਂ ਮਰਗਾਬੀ ਜਿਹੜੀ ਹੈ ਉਹ ਪਾਣੀ ਚੋਂ ਆਪਣਾ ਸ਼ਿਕਾਰ ਲੈ ਜਾਂਦੀ ਹੈ, ਪਰ ਆਪਣੇ ਜਿਹੜੇ ਉਹਦੇ ਪਰ ਨੇ, ਫੰਗ ਨੇ ਉਹਦੇ, ਉਹ ਭਿੱਜਣ ਨਹੀਂ ਦਿੰਦੀ। ਇਸ ਤਰ੍ਹਾਂ ਅਸੀਂ ਰਹਿਣਾ ਦੁਨੀਆ ਦੇ ਵਿੱਚ, ਮਾਇਆ ਦੇ ਵਿੱਚ ਹੀ ਅਸੀਂ ਵਿੱਚੇ ਮਾਇਆ ਪਾਇਆ।
ਇਹਦੇ ਵਿੱਚ ਹੀ ਅਸੀਂ ਪ੍ਰਾਪਤੀ ਕਰਦੇ। ਇਸ ਕਰਕੇ ਮੈਕਸਿਮਮ ਜਿੰਨਾ ਹੋਵੇ ਸ਼ਬਦ ਦਾ ਅਭਿਆਸ ਕਰੋ। ਹਰ ਹਰ ਹੈ ਸ਼ਬਦ ਦਾ ਲਖਾਇਕ। ਹਰੀ, ਗੋਬਿੰਦ ਗੋਬਿੰਦ, ਹਰੀ ਹਰੀ, ਰਾਮ ਰਾਮ, ऋषिकेश ऋषिकेश, ये सब कीर्तन नाम ने। कहते अभ्यास करो। बिनसै सगल संताप। ये माया, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਤੈਨੂੰ ਦੁੱਖ ਲੱਗੇ ਨੇ, ਜਿਹੜੇ ਪ੍ਰਮਾਤਮਾ ਦੇ ਰਸਤੇ ਦੇ ਵਿੱਚ ਖਲੋਤੇ ਨੇ, ਇਹ ਤੈਨੂੰ ਉਸ ਉਸ ਅਦੁੱਤੀ ਸ਼ਕਤੀ ਤੱਕ ਤੇਰੀ ਪਹੁੰਚ ਨਹੀਂ ਕਰਨ ਹੋਣ ਦਿੰਦੇ। ਇਹ ਤੇਰਾ ਸਭ ਇਹਨਾਂ ਨੇ ਬਿਨਸ ਬੰਸ ਜਾਣਾ, ਪਤਾ ਨਹੀਂ ਲੱਗਣਾ ਕਿੱਥੇ। ਪੈਰੀ ਸਭ ਹੋਵੇ ਮੀਤ, ਬਲਕਿ ਤੇਰੀ ਸੇਵਾ 'ਚ ਖੜੇ ਹੋ ਜਾਣਾ। ਇਹੀ ਵੈਰੀ ਨੇ, ਪੰਜ ਹੀ ਵੈਰੀ ਨੇ, ਮਾਇਆ ਵੀ ਵੈਰਨ ਹੈ। ਪੈਰੀ ਸਭ ਹੋਵੇ ਮੀਤ। ਹੁਣ जब धारै को बैरी मीत, तब लग निश्चल नाही थी। मन नहीं खड़ना, चित नहीं खड़ना। जिन्ना चिकर साडा कोई मित्र भी है ते जिन्ना चिकर साडा कोई दुश्मन भी है। जब धारै को बैरी मीत, तब लग निश्चल नाही थी। जे चित नहीं निश्चल होया ते कख नहीं होया। साडी शुरुआत ही नहीं हुई, साडी प्रतीत ही नहीं आई। असीं गुरमुख सिस्टम दे विच आए ही नहीं। बैरी सब होवे मीत, फिर की है? निर्मल तेरा होवे चीत। ये निर्मल दा मतलब है उस प्रकाश, उस अदुੱਤੀ अकाल पुरख दे विच मिलाप। इसे करके लल्ले नूं औंकड़ पाता है। निर्मल, माया तो परे, मैल तो परे। इसे करके गुण गाउण नूं भी निर्मल किया है। निर्मल गुण गाओ चीत। ये गुण गाने भी, परमात्मा का नाम अभ्यास करना भी अकाल पुरख जिन्ना ही पवित्र है। इसे करके रागी सिंह नहीं कहते, कहते रसना पवित्र करो जी, बोलो जी वाहिगुरु, इदां जपाउंदे है। कहते ये चाहिदा भी ये उठत बैठत हर हर जाप, बिन से सगल संताप। किदां साडा माया दा पंजां दा रोग जिहड़ा संताप है, ये कलेश है, ये मिटे। किदां साडे बैरी जिहड़े ਉਹ ਮੀਤ ਹੋ ਜਾਣ, ਔਰ ਕਿਦਾਂ ਮੇਰਾ ਚਿੱਤ ਨਿਰਮਲ ਹੋਵੇ। ਮੈਨੂੰ ਕੀ ਕਰਨਾ ਪਊਗਾ, ਮੈਨੂੰ ਕਿਹੜੀ ਰਹਿਤ ਮਰਿਆਦਾ ਫਾਲੋ ਕਰਨੀ ਪਊਗੀ, ਮੈਨੂੰ ਕਿਦਾਂ ਦਾ ਲਿਬਾਸ ਪਾਉਣਾ ਪਊ, ਮੈਨੂੰ ਕਿਹੜੇ ਕਿਹੜੇ ਜਥੇ ਦੇ ਵਿੱਚ ਸ਼ਾਮਲ ਹੋਣਾ ਪਊ। ਉਹ ਨਹੀਂ ਕਹਿੰਦੇ ਕੋਈ ਨਹੀਂ, ਤੂੰ ਆਹ ਕੰਮ ਕਰ। ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਉ। ਆ ਕੰਮ ਕਰਨਾ, ਬਸ ਇੱਕੋ ਹੀ ਕੰਮ, ਇੱਕ ਦੀ ਸੇਵਾ, ਇੱਕ ਨਾਲ ਭਰੋਸਾ, ਇੱਕ ਨਾਲ ਪ੍ਰਤੀਤ, ਇੱਕ ਦਾ ਜਪ, ਔਰ ਇੱਕ ਦੁਆਰਾ ਦਿਖਿਆ, ਇੱਕ ਨਾਲ ਕਮਿਟਮੈਂਟ। ਅੱਗੇ ਆ ਜਾਓ। ਸਭ ਤੇ ਉੱਤਮ ਇੱਕ ਕਰਮ ਆ ਗਿਆ। ਹੁਣ ਮੰਮੇ ਨੂੰ ਔਂਕੜ, ਇਹ ਇੱਕੋ ਕੰਮ ਕਹਿੰਦੇ ਹੌਲੀ ਹੌਲੀ ਇਹ ਤੀਜਾ ਨੰਬਰ ਆ ਗਿਆ, ਔਰ ਫਿਰ ਚੌਥੇ ਨੰਬਰ 'ਚ ਦੇਖੋ ਕਿੱਦਾਂ ਕਿੱਥੇ ਜਾਣਾ ਪਾਤਸ਼ਾਹ ਨੇ। ਸਭ ਤੇ ਉੱਤਮ ਇੱਕ ਕਰਮ, ਜਿਹਦੇ ਤੂੰ ਸਮਝਦਾ ਨਹੀਂ। ਸਭ ਤੋਂ ਉੱਤਮ ਹੈ ਹੀ ਇੱਕੋ ਕੰਮ ਹੈ। ਸਗਲ ਧਰਮ ਹੈ श्रेष्ठ धर्म। आ गया फिर मम्मे नूं औंकड़। ये धर्म हुण चेंज हो गया। ये क्योंकि सानू कर्म कांडां चों कढ के, वखरियां वखरियां चीज़ां चों कढ के, माया दे विचों कढ के, काम क्रोध लोभ मोह हंकार दे विचों कढ के, सानू निर्मल बना के कैसी स्टेज ते लैके जा रहे हैं। उत्थे सारा कुछ तब्दील हो जाना अध्यात्म दे विच, क्योंकि सुरती साडी खड़ जानी है। सुरती निर्मल हो चुकी है, परमात्मा दे पासे नूं वध रही है। फिर उस सुरती दे विच ज्ञान आ रहा है कि सब ते उत्तम ये कर्म, नाम जपना ही सब तो उत्तम कर्म है। सगल धर्म है श्रेष्ठ धर्म। कहते सगलियों जिन्ना पर टोले ताले तुरे फिरदे आ, कहते उन्हां चों इक्को चीज सब तो उत्तम है।
ਧਰਮ ਦੇ ਸਪੈਲਿੰਗ ਚੇਂਜ ਹੋ ਗਏ। ਸਗਲ ਧਰਮ ਸ੍ਰੇਸ਼ਟ ਧਰਮ, ਸ੍ਰੇਸ਼ਟ ਹੁੰਦਾ ਸਭ ਤੋਂ ਉੱਤਮ। ਕਹਿੰਦੇ ਹਰ ਸਿਮਰਨ ਤੇਰਾ ਹੋਏ ਉਦਾਰ। ਅੱਛਾ, ਕਹਿੰਦੇ ਤੂੰ ਧਰਮ ਵਾਲੇ ਪਾਸੇ ਆ ਗਿਆ, ਤੂੰ ਸੁਰਤੀ ਆਪਣੀ ਪਚਾ ਲਈ ਉੱਤੇ। ਹੁਣ ਕਹਿੰਦੇ ਤੂੰ ਇਹਦੀ ਯਾਦ ਦੇ ਵਿੱਚ, ਇਹਨੂੰ ਸਮਰਨ ਦੇ ਵਿੱਚ, ਹੁਣ ਤੂੰ ਆਪਣੇ ਖਿਆਲ ਦੇ ਵਿੱਚ, ਆ ਹੁੰਦਾ ਸਿਮਰਨ, ਕਿ ਆਪਣੇ ਖਿਆਲ ਦੇ ਵਿੱਚ ਕੋਈ ਦੂਸਰੀ ਚੀਜ਼ ਆਉਣ ਹੀ ਨਹੀਂ ਦੇਣੀ। ਹਰ ਸਿਮਰਨ, ਹਰ ਵੇਲੇ ਇੱਕੋ ਸ਼ਬਦ ਦਾ ਖਿਆਲ, ਹਰ ਵੇਲੇ ਇੱਕੋ ਸ਼ਬਦ ਦਾ ਅਭਿਆਸ, ਹਰ ਵੇਲੇ ਇੱਕੋ ਸ਼ਬਦ ਦਾ ਸਿਮਰਨ, ਸਮਰਨ। ਦੇਵਨਾਗਰੀ ਲਿਪੀ ਦਾ ਲਫ਼ਜ਼ ਹੈ, ਸੰਸਕ੍ਰਿਤ ਚੋਂ ਇਹਦਾ ਉਹ ਹੈ, ਇਹਦਾ ਧੁਰਾ ਜਿਹੜਾ ਸੰਸਕ੍ਰਿਤ ਚ। ਕਹਿੰਦੇ ਆ ਜੇ ਰੱਖੇਗਾ ਏਦਾਂ ਸੰਭਾਲ ਕੇ ਚੀਜ਼, ਤੇ ਫਿਰ ਤੇਰਾ ਉਧਾਰ ਹੋ ਜਾਣਾ, ਤੇਰਾ ਫਿਰ ਪਾਰ ਉਤਾਰਾ। ਕਹਿੰਦੇ ਜਨਮ ਜਨਮ ਕਾ ਉਤਰੈ ਭਾਰ। ਕਹਿੰਦੇ ਆ ਫਿਰ ਜਿਹੜੀ ਅਵਸਥਾ ਤੇਰੀ ਆਉਣੀ ਹੈ, ਇਹ ਤੇਰਾ ਜਿੰਨਾ ਪਿਛਲਾ ਲਿਬੜ ਕੇ ਆਇਆ ਮਾਇਆ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਭਾਵੇਂ ਇੱਥੇ ਰਹਿੰਦਿਆਂ ਕਿਉਂ ਨਾ ਹੋਵੇ। ਕਨਕਾ ਸਭ ਤੋਂ ਵੱਡੀ ਐਗਜ਼ਾਮਪਲ ਹੈ, ਕਿੰਨੇ ਸਤਿਕਾਰ ਨਾਲ ਕਿੱਥੇ ਕਿੱਥੇ ਨਾਮ ਵਰਤਿਆ ਉਹਨੇ। ਕਹਿੰਦੇ ਜਨਮ ਜਨਮ ਕਾ ਉਤਰਿਆ ਭਾਰ, ਲੈ ਕਹਿੰਦੇ ਸਾਰਾ ਨਿਰਮਲ ਤੈਨੂੰ ਕਰ ਦੇਣਾ, ਐਨ ਪਵਿੱਤਰ, ਤੈਨੂੰ ਪ੍ਰਮਾਤਮਾ ਵਰਗਾ, ਤੇਰੀ ਚੜ੍ਹਦੀ ਕਲਾ ਹੋ ਜਾਣੀ, ਤੈਨੂੰ ਉੱਥੇ ਤੱਕ ਲਿਜਾਣਾ। ਆ ਜਿਹੜਾ ਕੰਮ ਮੈਂ ਦੱਸ ਰਿਹਾ, ਜਿਹੜਾ ਕੰਮ ਮੈਂ ਆਪ ਕਰ ਰਿਹਾ, ਕਹਿੰਦੇ ਕਿੱਦਾਂ ਪਤਾ ਲੱਗੇ ਵੀ ਇਹ ਸਭ ਤੋਂ ਵੱਧ ਇਹੀ ਚੀਜ਼, ਸਭ ਤੋਂ ਉੱਚੀ ਇਹੀ ਚੀਜ਼ ਹੈ। ਰੱਬ ਕਾ ਸਿਮਰਨ ਸਭ ਤੋਂ ਉੱਚਾ। ਲਓ ਵੀ ਪਾਠ ਕਰੀ ਜਾਂਦੇ ਇਹਦੇ, ਉਹਨੂੰ ਸਮਝਿਆ ਤੇ ਹੈ ਹੀ ਨਹੀਂ। ਧਰਮ ਜਿਹੜਾ ਹੈ ਉਹ ਚੇਂਜ ਹੋ ਗਿਆ, ਉਹ ਇੱਕੋ ਨਾਲ ਆ ਗਿਆ, ਗੁਰਮੁਖ ਸਿਸਟਮ ਦੇ ਵਿੱਚ ਆ ਗਿਆ, ਉਹ ਸਿਮਰਨ ਦੇ ਵਿੱਚ ਆ ਗਿਆ। ਹੁਣ ਇਹ ਹੋਰ ਉੱਚੀ ਅਵਸਥਾ ਚਲੀ ਗਈ ਹੈ, ਤੇ ਜਨਮ ਜਨਮ ਦਾ ਭਾਰ ਜਿਹੜਾ ਹੈ ਉਹ ਪਤਾ ਲੱਗਦਾ ਰੂਹ ਨੂੰ ਵੀ ਇਹ ਮੇਰਾ ਕੰਮ ਹੋ ਰਿਹਾ, ਪ੍ਰਕਾਸ਼ ਚ ਮੈਂ ਜਾ ਰਿਹਾ ਔਰ ਵਧੀਆ ਹੀ ਤੁਰਿਆ ਜਾ ਰਿਹਾ। ਇਹ ਸਾਰਾ ਕੰਮ ਕਹਿੰਦੇ ਹੋਣਾ ਕਿੱਦਾਂ, ਇਹਦਾ ਧੁਰਾ ਕੀ ਹੈ? ਕਹਿੰਦੇ ਰਾਮ ਕੇ ਗੁਣ ਗਾਉਂ, ਮੈਂ ਕੀ ਕਰ ਰਿਹਾ? ਕਹਿੰਦੇ ਸਾਰੀ ਚੀਜ਼ ਮੈਨੂੰ ਕਿੱਦਾਂ ਸਮਝ ਆ ਰਹੀ ਹੈ, ਮੈਂ ਰਾਮ ਕੇ ਗੁਣ ਗਾਉਂ। ਮੈਂ ਤੇ ਦਿਨ ਰਾਤੀ ਜੁਟ ਗਿਆ ਨਾਮ ਅਭਿਆਸ ਦੇ ਵਿੱਚ। ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਉ। ਮੈਂ ਹੋਰ ਚਾਹ ਨਾਲ, ਹੋਰ ਉੱਠ ਕੇ ਮੈਂ ਗਾਂ ਵੱਧ ਕੇ ਇਹ ਨਾਮ ਨੂੰ ਮੈਂ ਜਿੰਨਾ ਮੇਰੇ ਤੋਂ ਹੋ ਸਕ ਰਿਹਾ ਮੈਂ ਕਰ ਰਿਹਾ ਸੇਵਾ। ਆ ਜੋ ਹੁਣ ਚੌਥੇ ਨੰਬਰ ਤੇ ਕਹਿੰਦੇ ਪੂਰਨ ਤੇਰੀ ਹੋਵੇ ਆਸ। ਕਹਿੰਦੇ ਤੂੰ ਉਮੀਦ ਮਾਤ ਨਹੀਂ ਸੀ ਰੱਖੀ? ਕਹਿੰਦੇ ਹਾਂਜੀ ਇੱਕ ਰੱਖੀ ਸੀ। ਕਹਿੰਦੇ ਕੀ ਭਾਈ? ਕਹਿੰਦੇ ਉਹ ਪਰਮਾਤਮਾ ਨਾਲ ਮੇਲ ਹੋ। ਦੂਜੀ ਤੇ ਕੋਈ ਸੁਰਤੀ ਚ ਚੀਜ਼ ਨਹੀਂ। ਜੇ ਦੂਜੀ ਚੀਜ਼ ਸੁਰਤੀ ਚ ਰੱਖਾਂਗੇ, ਚਾਰ ਪਦਾਰਥ ਜਿਹੜੇ ਸਾਨੂੰ ਦੱਸ ਰਹੇ ਆ, ਪੜ੍ਹਾ ਰਹੇ ਆ ਪ੍ਰਚਾਰਕ, ਜਾਂ ਮੀਨਿੰਗ ਦੱਸ ਰਹੇ ਆ ਵੀ ਇਹ ਵੈਲਥ ਹੈ, ਇਹ ਸੈਕਸ ਹੈ, ਇਹ ਕਰਮ ਧਰਮ ਹੈ, ਮੋਖ ਹੈ, ਉਦਾਸ ਰਹੋ, ਕਹਿੰਦੇ ਉਦਾਸੀਨ ਦਾ ਮਾਰਗ। ਉਹ ਇਹ ਕਿੱਥੇ ਜਗ੍ਹਾ ਹੈ ਉਹਨਾਂ ਦੀ? ਉਸ ਸਿਮਰਨ ਦੇ ਵਿੱਚ ਕਿੱਥੇ ਹੈ ਜਗ੍ਹਾ ਉਹਨਾਂ ਚਾਰ ਪਦਾਰਥਾਂ ਦੀ ਜਿਹੜੇ ਸਾਨੂੰ ਸਿਖਾਏ ਜਾ ਰਹੇ? ਕਹਿੰਦੇ ਪੂਰਨ ਤੇਰੀ ਹੋਵੇ ਆਸ। ਉਸ ਪਰਮਾਤਮਾ ਦੇ ਵਿੱਚ ਇੱਕ ਨਿਕ ਹੋ ਜਾਏਗਾ, ਤੇਰੀ ਆਸ ਪੂਰੀ ਜਾਣੀ। ਜੰਮ ਕੀ ਕੱਟੀ ਹੈ ਤੇਰੀ ਫਾਸ, ਤੂੰ ਦੁਬਾਰਾ ਜੂਨਾ ਚ ਨਹੀਂ ਆਏਗਾ, ਤੈਨੂੰ ਮੌਤ ਦਾ ਕੋਈ ਡਰ ਪੈ ਨਹੀਂ ਰਹੇਗਾ, ਅਜੂਨੀ ਹੋ ਜਾਏਗਾ। ਗੁਰ ਕਾ ਉਪਦੇਸ਼ ਸੁਨੀਜੈ ਅਠੋ ਪੈਰ, ਇਸ ਉਪਦੇਸ਼ ਨੂੰ ਸੁਣੇਗਾ ਨਾਨਕ ਸੁਖੇ ਸਹਿਜ ਸਮੀਜੈ। ਕਹਿੰਦੇ ਹੁਣ ਵੀ ਅਮਲ ਕਰ ਲਾ, ਇਹ ਗੱਲ ਸੁਣ ਲਾ, ਇਹ ਉਪਦੇਸ਼ ਨੂੰ ਧਾਰਨ ਕਰ ਲਾ। ਨਾਨਕ ਸੁਖੇ ਸਹਿਜੇ ਸਮੀਜੈ, ਉਸ ਆਤਮਕ ਸੁਖ ਦੀ ਅਵਸਥਾ ਦੇ ਵਿੱਚ ਜਿੱਥੇ ਜਾ ਕੇ ਪੂਰਨ ਅਡੋਲਤਾ ਦੇ ਨਾਲ ਜਿਹੜਾ ਅਭਿਆਸੀ ਵਿਚਰਦਾ ਹੈ, ਰਹਿੰਦਾ ਹੈ। ਸਹਿਜੇ ਸਮੀਜੈ ਕਹਿੰਦੇ ਉਸ
ਪਰਮਾਤਮਾ ਦੇ ਵਿੱਚ ਵੀ ਤੇਰਾ ਜਿਹੜਾ ਤੇਰੀ ਜਿਹੜੀ ਇੱਕ ਮਿਕਤਾ ਹੋਣੀ ਆ, ਉਹਦੇ ਵਿੱਚ ਜਾ ਕੇ ਤੂੰ ਰਲ ਜਾਣਾ, ਸਮਾ ਜਾਣਾ ਬੜੇ ਸਹਿਜ ਦੇ ਨਾਲ। ਪਰ ਇਹ ਕਿੱਦਾਂ ਪੂਰੀ ਕਰੀਏ ਆਸ, ਇਹ ਜੰਮਦੀ ਫਾਸ ਕਿੱਦਾਂ ਕੱਟੀਏ, ਗੁਰੂ ਦਾ ਉਪਦੇਸ਼ ਕਿੱਦਾਂ ਸੁਣੀਏ, ਕੀ ਉਪਦੇਸ਼ ਆ ਉਹ? ਇਹ ਸੁੱਖ ਸਹਿਜ ਸਮਿਜੈ ਕਿੱਦਾਂ ਉਸ ਅਵਸਥਾ ਤੱਕ ਅਸੀਂ ਪਹੁੰਚਾਂਗੇ? ਕਹਿੰਦੇ ਮੈਂ ਤੇ ਇੱਕੋ ਕੰਮ ਕਰ ਰਿਹਾ, ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਓ। ਮੈਂ ਤੇ ਕਹਿੰਦੇ ਆਹ ਕੰਮ ਕਰ ਰਿਹਾ ਤੇ ਹੋਰ ਖਿਆਲ ਹੀ ਨਹੀਂ ਕੋਈ, ਦੂਜਾ ਕੋਈ ਮੈਂ ਕਰਮ ਕਾਂਡ ਹੀ ਨਹੀਂ ਕਰਦਾ। ਇੱਕੋ ਖਿਆਲ ਆ ਕਿ ਜਿਹੜੀ ਸੁਰਤੀ ਹੈ ਉਹਨੂੰ ਮੈਂ ਪਰਮਾਤਮਾ ਦੇ ਨਾਮ ਦੇ ਵਿੱਚ ਜੋੜੀ ਜਾ ਰਿਹਾ, ਦਿਨ ਰਾਤੀ ਆਰਾਧੀ। ਸੋ ਕਿਸੇ ਭਰਮ 'ਚ ਨਹੀਂ ਰਹਿਣਾ। ਬਾਣੀ ਸਾਨੂੰ ਸਾਰੇ ਭਰਮਾਂ ਚੋਂ ਬਾਹਰ ਲੈ ਕੇ ਆਉਂਦੀ ਹੈ। ਕਿਸੇ ਭੁਲੇਖੇ 'ਚ ਨਹੀਂ ਰਹਿਣਾ। ਗੁਰਬਾਣੀ ਦਾ ਊਟ ਆਸਰਾ ਤੱਕਣਾ, ਆਪ ਪੜ੍ਹਨੀ ਹੈ, ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕਈ ਸੱਜਣ ਦੱਸਦੇ ਨੇ ਕਿ ਹੁਣ ਜਿਹੜੇ ਅੱਗੇ ਵੀ ਜਿਹੜਾ ਉਹ ਬਾਣੀ ਦਾ ਅਭਿਆਸ ਕਰਦੇ ਆ, ਪੜ੍ਹਦੇ ਆ ਬਾਣੀ, ਤੇ ਉਹ ਚੀਜ਼ਾਂ ਜਿਹੜੀਆਂ ਆਪਾਂ ਪਿੱਛੇ ਵਿਚਾਰ ਆਏ ਆ ਸਾਲ ਸਵਾ ਸਾਲ ਦੇ ਵਿੱਚ, ਉਹ ਚੀਜ਼ਾਂ ਉਹਨਾਂ ਦੇ ਕੰਮ ਆ ਰਹੀਆਂ। ਉਹ ਸ਼ਬਦ ਵੀ ਖੁੱਲਦੇ ਜਾ ਰਹੇ ਆ ਉਹਨਾਂ ਨੂੰ, ਜਿਹੜੇ ਜਿਹੜੇ ਪਹਿਲਾਂ ਕਦੇ ਉਸ ਐਂਗਲ ਦੇ ਨਾਲ ਦੇਖੇ ਨਹੀਂ ਸੀ, ਉਹਨੇ ਪੜ੍ਹੇ ਨਹੀਂ ਸੀ। ਨਾਮ ਤੋਂ ਬਿਨਾਂ ਹੋਰ ਕੋਈ ਸ਼ੈ, ਕੋਈ ਵਸਤੂ ਕੰਮ ਨਹੀਂ ਆ ਸਕਦੀ। ਤੇ ਵੈਲਥ ਕਿਵੇਂ ਅਸੀਂ ਪਦਾਰਥ ਕਹਿ ਦਾਂਗੇ? ਕਰਮ ਕਾਂਡ ਨੂੰ ਕਿਵੇਂ ਅਸੀਂ ਪਦਾਰਥ ਕਹਿ ਦਾਂਗੇ ਵੀ ਇਹ ਸਾਨੂੰ ਨੈਚੁਰਲੀ ਮਿਲਿਆ? ਸੈਕਸ ਨੂੰ ਕਿਵੇਂ ਅਸੀਂ ਪਦਾਰਥ ਕਹਿ ਦਾਂਗੇ? ਸਾਰੀ ਬਾਣੀ 'ਚ ਤੇ ਭੰਨਿਆ ਪਿਆ। ਪਤਾ ਨਹੀਂ ਕੈਸੇ ਕੈਸੇ ਲੋਕ ਉੱਠ ਜਾਂਦੇ ਐ। ਆਹ ਸ਼ਬਦ ਹੁਣ ਮੈਂ ਸਕਰੀਨ ਤੋਂ ਹਟਾਉਣ ਲੱਗਾ। ਲੋਕ ਪਰਮਾਤਮਾ ਤੋਂ ਡਰਦੇ ਨਹੀਂ। ਕਿਉਂ? ਇਹ ਸਾਰਿਆਂ ਦੀ ਗੱਲ ਕਰਦਾ, ਜੋ ਮੀਨਿੰਗ ਮਾਨਿੰਗ ਦੱਸਣ ਵਾਲੇ ਹੋਰ ਜੋ ਸੋ ਕਾਲਡ ਪ੍ਰਚਾਰਕ ਨੇ, ਜਿਹੜੇ ਸਾਨੂੰ ਕਹਿੰਦੇ ਵੀ ਆਹ ਕੰਮ ਏਦਾਂ ਕਰੋ, ਆਹ ਕੰਮ ਏਦਾਂ, ਗੁਰਬਾਣੀ ਨਾਲ ਨਹੀਂ ਜੋੜਦੇ। ਇਹ ਸਭ ਸਾਡਾ ਜਿਹੜਾ ਬੇੜਾ ਬਿਠਾਈ ਜਾ ਰਹੀ, ਸਾਡਾ ਜਿਹੜਾ ਬਾਣੀ ਨਾਲੋਂ ਸਾਨੂੰ ਤੋੜੀ ਜਾ ਰਿਹਾ। ਇਸੇ ਕਰਕੇ ਮੈਂ ਸਟ੍ਰੈਸ ਦਿੰਦਾ ਆ ਰਿਹਾ ਕਿ ਆਪ ਬਾਣੀ ਪੜ੍ਹੋ, ਆਪ ਉਹਨੂੰ ਸਮਝੋ, ਔਰ ਉਹਨੂੰ ਸਮਝ ਕੇ ਜੋ ਬਾਣੀ ਕਹਿੰਦੀ ਹੈ ਉਹਦੇ ਤੇ ਅਮਲ ਕਰੋ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਉੱਥੇ ਵੀ ਸਪੈਲਿੰਗ ਚੇਂਜ ਹੋ ਗਏ, ਸਰਬ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪਿ ਨਿਰਮਲ ਕਰਮ। ਇਹ ਫਿਰ ਕਦੋਂ, ਕਿਹੜੇ ਜੀਵਨ 'ਚ ਜਾ ਕੇ ਇਸ ਤੇ ਆਪਾਂ ਅਮਲ ਕਰਾਂਗੇ? ਹੁਣੀ ਵਾਰੀ ਹੈ, ਇਹੀ ਵਾਰੀ ਹੈ। ਹੋਰ ਕੋਈ ਸਾਨੂੰ ਨਾ ਚਿੱਤਾ ਰਹਿਣਾ। ਇਸੇ ਮਨੁੱਖਾ ਜਨਮ 'ਚ ਅਸੀਂ ਜਿਹੜੀ ਹੈ ਇਹ ਅਵਸਥਾ ਹਾਸਿਲ ਕਰਨੀ ਹੈ। ਮੈਂ ਇੱਥੇ ਅੱਜ ਦੀ ਸ਼ਬਦ ਚੌਂਕੀ ਦੀ ਸਮਾਪਤੀ ਕਰਦਾ। ਆਪਾਂ ਇਹ ਹੁਣ 2-4-5 ਹਫ਼ਤੇ ਆਪਾਂ 4 ਪਦਾਰਥਾਂ ਦੀ ਗੱਲਾਂ ਕਰਨੀਆਂ ਨੇ। ਉਹਦੇ ਬਾਅਦ ਫਿਰ ਆਪਾਂ ਅੱਗੇ ਜਪ ਬਾਣੀ ਦੇ ਪਾਸੇ ਚੱਲਾਂਗੇ।